ਕਿਰਮ ਹੁਣ ਆਇਆ ਜੇ ਦੂਜੀ ਵਾਰ ਇਹ 1700 ਕਿਸਮਾਂ ਦੀ ਮਿਊਟੇਸ਼ਨ ਤੋਂ ਬਾਅਦ ਆਇਆ ਜੀ। ਕੋਵਿਡ ਦਾ ਟੀਕਾ ਕਿਸੇ ਵੀ ਹਾਲ ਵਿੱਚ ਬਿਮਾਰੀ ਰੋਕਣ ਵਾਸਤੇ ਬਣਿਆ ਹੀ ਨਹੀਂ ਹੈ। ਸੰਕੇਤ ਦਿੰਦੀਆਂ ਨੇ ਕਿ ਸੀਟ ਬੈਲਟ ਸਾਡੀ ਜ਼ਿੰਦਗੀ ਬਚਾ ਸਕਦੀ ਹੈ। ਪਿਆਰੇ ਦਰਸ਼ਕੋ, ਪੰਜਾਬਨਾਮਾ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵੇਲੇ ਇਹ ਸ਼ੋਅ ਦੇ ਵਿੱਚ ਸਾਡੇ ਨਾਲ ਬਹੁਪੱਖੀ ਸ਼ਖਸੀਅਤ ਡਾਕਟਰ ਹਰਸ਼ਿੰਦਰ ਜੀ ਸਾਡੇ ਨਾਲ ਨੇ। ਉਹਨਾਂ ਨਾਲ ਵੱਖ-ਵੱਖ ਮਾਮਲਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਸਾਡਾ ਮੁੱਖ ਗੱਲ ਜਿਹੜੀ ਕਰੋਨਾ ਮਹਾਮਾਰੀ ਫੈਲ ਰਹੀ ਹੈ ਉੱਥੋਂ ਸ਼ੁਰੂ ਅਸੀਂ ਕਰਾਂਗੇ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਕਰੋਨਾ ਮਹਾਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ, ਉਹਨਾਂ ਦਾ ਕੀ ਤਜਰਬਾ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ, ਇਹ ਤਾਂ ਕਿ ਸਾਡੇ ਦਰਸ਼ਕ ਕੋਈ ਸੇਧ ਲੈ ਸਕਣ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਅਸੀਂ ਚਾਹੁੰਦੇ ਕਿ ਤੁਸੀਂ ਜਿਹੜਾ ਕਰੋਨਾ ਦਾ ਬੜਾ ਡਰ ਇਸ ਵੇਲੇ ਲੋਕਾਂ ਦੇ ਮਨਾਂ ਦੇ ਅੰਦਰ ਹੈ ਤੇ ਕਰੋਨਾ ਫੈਲ ਵੀ ਬੜੀ ਤੇਜ਼ੀ ਨਾਲ ਰਿਹਾ, ਇਹਦੇ ਤੋਂ ਬਚਾਅ ਲਈ ਕੀ ਲੋਕ ਕਰਨ? ਹੁਣ ਤੱਕ ਦੀਆਂ ਜਿੰਨੀਆਂ ਵੀ ਮਹਾਮਾਰੀਆਂ ਹੋਈਆਂ ਉਹਨਾਂ ਸਾਰਿਆਂ ਤੋਂ ਸਾਨੂੰ ਸਬਕ ਬੜੇ ਕਮਾਲ ਦੇ ਮਿਲੇ ਨੇ। ਪਹਿਲਾ ਕਿ ਉਦੋਂ ਮਹਾਮਾਰੀਆਂ ਦੇ ਸਮੇਂ ਸਿਰਫ ਜਿਹੜੇ ਬਿਮਾਰ ਲੋਕ ਸਨ ਉਹ ਜ਼ਿਆਦਾ ਫੜੇ ਜਾਂਦੇ ਰਹੇ ਤੇ ਜਿਹੜੇ ਘਰਾਂ ਦੇ ਅੰਦਰ ਥੋੜੇ ਇਹ ਬਿਮਾਰ ਲੋਕਾਂ ਤੋਂ ਪਰੇ ਸਨ ਉਹ ਸਾਰੇ ਬਚ ਗਏ। ਫਿਰ ਕਈ ਥਾਈਂ ਤਾਂ ਉਹ ਸਾਰੇ ਦੇ ਸਾਰੇ ਲੋਕ ਉਸ ਥਾਂ ਨੂੰ ਛੱਡ ਕੇ ਹੋਰ ਥਾਵਾਂ ਤੇ ਵੀ ਜਾ ਕੇ ਵਸੇ। ਸੋ ਦੋ ਚੀਜ਼ਾਂ ਜਿੰਨੀਆਂ ਵੀ ਮਹਾਮਾਰੀਆਂ ਆਈਆਂ ਮੈਂ ਉਹਨਾਂ ਦੇ ਜ਼ਿਕਰ ਤੋਂ ਆਧਾਰ ਤੋਂ ਕਹਿ ਰਹੀ ਹਾਂ। ਯਾਨੀ ਇੱਕ ਗੱਲ ਤਾਂ ਇਹ ਕਿ ਬਿਮਾਰ ਤੋਂ ਬਚਣਾ ਜ਼ਰੂਰੀ ਤੇ ਦੂਜਾ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪ ਹੀ ਅੰਦਰ ਤੜੇ ਜਾਣਾ ਬਿਹਤਰ ਹੁੰਦਾ ਜੀ। ਸੋ ਬਿਲਕੁਲ ਇਹੋ ਕੁਛ ਇਨ ਬਿਨ ਇਸ ਵਾਰ ਦੀ ਮਹਾਮਾਰੀ ਵਿੱਚ ਵੀ ਸਾਡੇ ਸਾਹਮਣੇ ਆਇਆ, ਜੋ ਕਿ ਬਰੀਕ ਕੀਟਾਣੂ ਜਿਹੜਾ ਦਿਖਦਾ ਵੀ ਨਹੀਂ, ਉਹਨੇ ਕਿਰਮ ਨੇ ਕੀ ਕਮਾਲ ਕੀਤਾ ਜੇ। ਪੂਰੀ ਦੁਨੀਆ ਠੰਡੀ ਕਰਕੇ ਰੱਖ ਦਿੱਤੀ। ਜਿਹੜੇ ਸਮਝਦੇ ਸੀ ਅਸੀਂ ਪਤਾ ਨਹੀਂ ਚੰਨ ਜਾਂ ਮਾਰਸ ਤੇ ਪਹੁੰਚ ਕੇ ਰੱਬ ਨੂੰ ਨੇੜੇ ਤੇੜੇ ਜੱਫਾ ਮਾਰਨ ਦੇ ਨੇੜੇ ਬੈਠੇ ਆ, ਉਹ ਦੱਸਿਆ ਕਿ ਉਹਦੇ ਅਰਬਾਂ ਖਰਬਾਂ ਜੋ ਉਹਨੇ ਬਣਾਏ ਉਹਨਾਂ ਕਿਰਮਾਂ ਚੋਂ ਇੱਕੋ ਹੀ ਬਥੇਰਾ ਸਾਨੂੰ ਠੰਡੇ ਕਰਨ ਲਈ। ਇਹ ਕਿਰਮ ਆਮ ਖੰਘ ਜ਼ੁਕਾਮ ਵਾਲਾ ਕਿਰਮ ਸੀ। ਡਾਕਟਰ ਸਾਹਿਬ, ਇੱਕ ਮੈਂ ਇੱਥੇ ਰੋਕਣਾ ਚਾਹੁੰਦਾ, ਇਹ ਜਿਹੜਾ ਪਿਛਲੀ ਵਾਰੀ ਕਰੋਨਾ ਸੀਗਾ ਇਹ ਇਸ ਵਾਰੀ ਬੜਾ ਤੇਜ਼ੀ ਨਾਲ ਫੈਲਦਾ ਤੇ ਬੜਾ ਮਾਰੂ ਹੈ, ਇਹਨਾਂ ਦੋਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਦਰਅਸਲ ਗੱਲ ਇਹ ਹੈ ਕਿ ਇਹ ਜਿਹੜਾ ਕਿਰਮ ਹੁਣ ਆਇਆ ਜੋ ਦੂਜੀ ਵਾਰ ਇਹ 1700 ਕਿਸਮਾਂ ਦੀ ਮਿਊਟੇਸ਼ਨ ਤੋਂ ਬਾਅਦ ਆਇਆ ਜੀ। ਯਾਨੀ ਇੱਕ ਵਾਇਰਸ, ਥੋੜਾ ਜਿਹਾ ਮੈਂ ਮੈਡੀਕਲੀ ਸਮਝਾ ਦਿਆਂ ਕਿ ਹੁੰਦਾ ਕੀ ਹੈ। ਐਕਚੁਅਲੀ ਇੱਕ ਵਾਇਰਸ ਜਦੋਂ ਵੀ ਇਹ ਮਹਾਮਾਰੀ ਲਈ ਤਿਆਰ ਹੁੰਦਾ ਜੇ ਤੇ ਜਦੋਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਕੁਦਰਤੀ ਢੰਗ ਹੈ ਕਿ ਉਹਨੇ ਆਪਣੇ ਆਪ ਨੂੰ ਤਬਦੀਲ ਕਰ ਲੈਣਾ ਹੁੰਦਾ ਤੇ ਬਹੁਤ ਸੌਖਾ ਤਰੀਕਾ ਹੁੰਦਾ ਜੇ ਤਬਦੀਲ ਕਰਨ ਦਾ। ਯਾਨੀ ਸਿਰਫ ਇੱਕ ਆਪਣੇ ਹਿੱਸੇ ਦਾ ਇੱਕ ਅਮਾਈਨੋ ਐਸਿਡ ਚੇਂਜ ਕਰਕੇ ਇੱਧਰ ਕਰ ਦੇਣਾ ਤੇ ਉਹਨੇ ਚਿੰਬੜ ਜਾਣਾ ਜਾ ਕੇ ਮਨੁੱਖੀ ਆਪਣੇ ਜੀਨ ਦੇ ਨਾਲ ਕਿ ਇੱਥੇ ਮੈਂ ਚਿੰਬੜਿਆ, ਇਸ ਦੇ ਨਾਲ ਮੈਂ ਹੁਣ ਹੋਰ ਡਿਵਾਈਡ ਹੋ ਸਕਦਾ, ਆਪਣੀਆਂ ਫੋਟੋਕਾਪੀਆਂ ਤਿਆਰ ਕਰਦਾ ਤੇ ਉਹ ਖੜਾ ਹੋ ਜਾਂਦਾ। ਹੁਣ ਇਹ 1700 ਮਿਊਟੇਸ਼ਨਸ ਵਿੱਚ ਇੱਕ ਵੱਡਾ ਰੋਲ ਕਿਉਂ ਇਹ ਮਾਰੂ ਆਇਆ? ਇੱਕ ਕਨਵੈਲਸੈਂਟ ਸੀਰਮ ਜੇ ਤੁਹਾਨੂੰ ਚੇਤੇ ਹੋਏ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਵੀ ਇਹ ਹੋਈ ਹੈ ਉਹਨਾਂ ਦੇ ਅਸੀਂ ਲਹੂ ਇਕੱਠਾ ਕਰਦੇ ਸਾਂ, ਉਹਦੇ ਵਿੱਚੋਂ ਉਹਨਾਂ ਦੀਆਂ ਤਿਆਰ ਐਂਟੀਬਾਡੀਜ਼ ਦੂਜੇ ਨੂੰ ਅਸੀਂ ਚੜਾ ਦਿੰਦੇ ਸਾਂ, ਲੋੜਵੰਦ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਸੀਰੀਅਸ ਬਿਮਾਰੀ ਸੀ, ਕਿਉਂਕਿ ਉਸ ਸਮੇਂ ਤੱਕ ਟੀਕਾ ਨਹੀਂ ਸੀ ਤੇ ਸਾਨੂੰ ਹੋਰ ਕੁਝ ਸਮਝ ਨਹੀਂ ਸੀ ਆ ਰਹੀ ਨਵੇਂ ਕੀਟਾਣੂ ਦੇ ਬਾਰੇ। ਜਿੰਨੀਆਂ ਵੀ ਖੋਜਾਂ ਹੋ ਰਹੀਆਂ ਸਨ ਇਨੀਸ਼ੀਅਲ ਸਟੇਜਸ ਤੇ ਸਨ, ਸ਼ੁਰੂਆਤੀ ਪੜਾਅ 'ਚ, ਤਾਂ ਉਦੋਂ ਇਹੋ ਲੱਗਿਆ ਕਿ ਜੇ ਬਣੀਆਂ ਬਣਾਈਆਂ ਕਿਸੇ ਵਿੱਚੋਂ ਅਸੀਂ ਐਂਟੀਬਾਡੀਜ਼ ਲੱਭ ਕੇ ਅਸੀਂ ਚੜਾ ਦਈਏ ਤਾਂ ਹੋ ਸਕਦਾ ਹੈ ਕਿ ਜਿਹੜਾ ਸੀਰੀਅਸ ਮਰੀਜ਼ ਹੈ ਉਹ ਬਚ ਸਕੇ। ਪਰ ਉਹਦਾ ਕੁਝ ਵੱਖ ਅਸਲ 'ਚ ਨਤੀਜਾ ਸਾਹਮਣੇ ਆਇਆ ਜੋ ਹੁਣ ਤੱਕ ਦੀਆਂ ਖੋਜਾਂ ਦੱਸਦੀਆਂ ਨੇ ਕਿ ਕਨਵੈਲਸੈਂਟ ਸੀਰਮ ਜਦੋਂ ਅੰਦਰ ਵੜਿਆ ਵਾਇਰਸ ਨੂੰ ਦਿਸਿਆ ਕਿ ਮੇਰੇ ਤੇ ਹੱਲਾ ਹੋਣ ਵਾਲਾ ਹੈ, ਉਹਨੇ ਸਕਿੰਟਾਂ ਦੇ ਵਿੱਚ ਆਪਣੇ ਆਪ ਨੂੰ ਸ਼ੁਰੂ ਕਰ ਦਿੱਤਾ ਤਬਦੀਲ ਕਰਨਾ ਤੇ ਹੌਲੀ ਹੌਲੀ ਇੱਕ ਨਹੀਂ ਦੋ ਨਹੀਂ ਹੁਣ ਤੱਕ ਦੀਆਂ 1700 ਕਿਸਮਾਂ ਤੇ ਆ ਚੁੱਕੀਆਂ। ਤੇ ਉਹ ਮਿਊਟੇਸ਼ਨਸ ਦੇ ਨਾਲ ਇੱਕ ਫਾਇਦਾ ਹੋਰ ਵੀ ਹੁੰਦਾ ਜੇ, ਭਾਵੇਂ ਉਹ ਇੱਕ ਮਾਰੂ ਇਸ ਵੇਲੇ ਹਮਲਾ ਤਾਂ ਜ਼ਰੂਰ ਕਰੇਗਾ ਜੋ ਕਰ ਰਿਹਾ ਵੀ ਹੈ। ਇਹਦੇ 'ਚ ਕਈ ਫਰਕ ਆਏ ਨੇ, ਜਿਨ੍ਹਾਂ 'ਚੋਂ ਕੁਝ ਫਰਕ ਜੋ ਹੁਣ ਮੈਂ ਸਿਰਫ ਵਾਰ-ਵਾਰ ਤਾਂ ਕਹਿ ਰਹੀ ਹਾਂ ਕਿ ਅੱਜ ਦੀਆਂ ਖੋਜਾਂ ਹੋ ਸਕਦੀਆਂ ਨੇ ਮਹੀਨੇ ਬਾਅਦ ਇਹਨਾਂ 'ਚੋਂ ਵੱਖ ਸਾਨੂੰ ਨਤੀਜੇ ਦਿਸਣ, ਪਰ ਅੱਜ ਦੀਆਂ ਖੋਜਾਂ ਰਾਹੀਂ ਜੋ ਸਾਹਮਣੇ ਆਏ ਨਤੀਜੇ ਨੇ ਕਿ ਜੋ ਪਹਿਲਾਂ ਕੱਪੜੇ ਦੇ ਮਾਸਕ ਅਸੀਂ ਪਾ ਲੈਂਦੇ ਸਾਂ ਇਹ ਕੱਪੜੇ ਦੇ ਮਾਸਕ ਰਾਹੀਂ ਅੰਦਰ ਵੜ ਰਹੀ ਹੈ। ਇਹੀ ਕਾਰਨ ਹੈ ਅਸੀਂ ਸੋਚਦੇ ਹਾਂ ਕਿ ਠੋਡੀ ਤੇ ਬੰਨ ਲਿਆ ਮਾਸਕ ਜਾਂ ਕੱਪੜੇ ਦਾ ਬੰਨ ਲਿਆ ਅਸੀਂ ਬਚ ਗਏ, ਪਰ ਬਚਦੇ ਨਹੀਂ, ਕਿਉਂਕਿ ਇਹ ਬਰੀਕ ਮਹੀਨ ਉਸ ਤੋਂ ਪਹਿਲੀ ਵਾਲੀ ਤੋਂ ਵਾਇਰਸ ਇਹ ਅੰਦਰ ਵੜ ਜਾਂਦੀ ਜੇ। ਸੋ ਤੁਸੀਂ ਇਸ ਵੇਲੇ ਜੇ ਬਚਣ ਲਈ ਆਪਾਂ ਜੋ ਕੁਝ ਖੋਜਾਂ ਦੱਸ ਰਹੀਆਂ ਉਹਨਾਂ ਦੇ ਆਧਾਰ ਤੇ ਆਪਣਾ ਕੱਪੜੇ ਦਾ ਮਾਸਕ ਚੁੱਕੋ, ਤੋਂ ਪਾਣੀ ਅੱਧੀ ਕੌਲੀ ਪਾ ਦਿਓ, ਜੇ ਪਾਣੀ ਵਗ ਕੇ ਨਿਕਲ ਗਿਆ ਇਹ ਮਾਸਕ ਬਿਲਕੁਲ ਫਜ਼ੂਲ ਹੈ।
ਬਹੁਤ ਸਾਰੇ ਲੋਕ ਠਾਠੀਆਂ ਬੰਨ ਕੇ ਜਾਂ ਆਪਣੀ ਰੁਮਾਲ ਬੰਨ ਕੇ ਸੋਚਦੇ ਨੇ ਅਸੀਂ ਸੁਰੱਖਿਅਤ ਹੋ ਗਏ। ਬਿਲਕੁਲ ਵੀ ਨਹੀਂ ਸੁਰੱਖਿਅਤ, ਕਿਉਂਕਿ ਉਹਦੇ ਆਰ ਪਾਰ ਜਾ ਸਕਦੀ ਹੈ। ਤੇ ਇੱਕ ਮਜ਼ੇਦਾਰ ਹੋਰ ਵੀ ਤੱਥ ਦੱਸਦੇ ਹਾਂ, ਅਸੀਂ ਦਰਅਸਲ ਇੱਕ ਮਾਸਕ ਜੋ ਕਿ ਡਾਕਟਰ ਵੀ ਪਹਿਲਾਂ ਪਾਉਂਦੇ ਸਨ, ਕਿਉਂ ਵੱਡੀ ਗਿਣਤੀ ਇਸ ਵੇਲੇ ਡਾਕਟਰ ਵੀ ਫੜੇ ਜਾ ਰਹੇ ਨੇ? ਕਾਰਨ ਇਹ ਕਿ ਅਸੀਂ ਮਾਸਕ ਜੋ ਪਾਇਆ ਕਰਦੇ ਸਾਂ, ਨਾਰਮਲ ਸਰਜੀਕਲ ਮਾਸਕ, ਉਹਦੇ ਅੰਦਰ ਤੈਅ ਹੁੰਦੀ ਜੇ ਇੱਕ ਚਿੱਟੀ ਤੇ ਬਾਹਰਲਾ ਤੁਸੀਂ ਕਵਰ ਦੇਖਦੇ ਹੋ N95 ਦੀ ਗੱਲ ਨਹੀਂ ਜੀ, ਮੈਂ ਦੂਸਰੇ ਦੀ ਸਰਜੀਕਲ ਮਾਸਕ ਦੀ ਗੱਲ ਕਰ ਰਹੀ ਹਾਂ, ਜੋ ਅੰਦਰੋਂ ਚਿੱਟਾ ਤੇ ਬਾਹਰੋਂ ਨੀਲਾ ਕਵਰ ਦੇ ਵਿੱਚ ਜੋ ਦਿਸਦਾ ਹੈ। ਹੁਣ ਉਹ ਮਾਸਕ ਦੀ ਖਾਸੀਅਤ ਇਹ ਹੈ ਕਿ ਡਾਕਟਰ ਕਿਉਂ ਲਾਉਂਦੇ ਸਨ ਜਦੋਂ ਆਪਰੇਸ਼ਨ ਕਰਦੇ ਸਨ, ਕਿ ਅੰਦਰਲੇ ਹਵਾੜ ਜਾਂ ਅੰਦਰਲੇ ਕੀਟਾਣੂ ਜਾਂ ਕਿਰਮ ਬਾਹਰ ਨਹੀਂ ਜਾ ਸਕਦੇ। ਯਾਨੀ ਜਿਸਨੇ ਪਾਇਆ ਹੋਇਆ ਹੈ ਉਹਦੇ ਆਪਣੇ ਕਿਰਮ ਤਾਂ ਬਾਹਰ ਨਹੀਂ ਜਾਣਗੇ, ਪਰ ਇਹ ਉਦੋਂ ਚੇਤੇ ਵੀ ਨਹੀਂ ਸੀ ਕਿਸੇ ਨੂੰ ਕਿ ਬਾਹਰਲੇ ਕਿਰਮ ਬਰੀਕ ਮਹੀਨ ਉਸ ਰਾਹੀਂ ਅੰਦਰ ਆ ਸਕਦੇ ਨੇ। ਸੋ ਇਸੇ ਕਰਕੇ ਡਾਕਟਰ ਵੀ ਵੱਡੀ ਗਿਣਤੀ ਵਿੱਚ ਇਹਦੇ ਸ਼ਿਕਾਰ ਹੋਣ ਲੱਗੇ। ਸੋ ਹੁਣ ਜੋ ਬਚਣਾ ਹੋਏ ਤਾਂ ਇਹੀ ਸਸਤਾ ਜਿਹਾ ਇਹਨੂੰ ਪੁੱਠਾ ਕਰਕੇ ਜੇ ਪਾ ਲਿਆ ਜਾਏ, ਯਾਨੀ ਨੀਲਾ ਪੋਰਸ਼ਨ ਅੰਦਰ ਤੇ ਚਿੱਟਾ ਬਾਹਰ, ਤਾਂ ਤੁਸੀਂ ਬਾਹਰਲੇ ਕਿਰਮ ਤੁਹਾਡੇ ਅੰਦਰ ਆਉਣ ਤੋਂ ਤੁਸੀਂ ਉਹਨਾਂ ਤੋਂ ਬਚ ਸਕਦੇ ਹੋ। ਦੂਜੀ ਚੀਜ਼ N95 ਮਾਸਕ, ਜੋ ਕਿ ਪਹਿਲਾਂ ਅਸੀਂ ਸੋਚਦੇ ਸਾਂ ਕਿ ਇਹਨਾਂ ਦੀ ਲੋੜ ਨਹੀਂ, ਕੱਪੜਿਆਂ ਦੇ ਮਾਸਕ ਨਾਲ ਅਸੀਂ ਬਚਾ ਕਰ ਸਕਦੇ ਹਾਂ, ਪਰ ਜੋ ਮਿਊਟੇਸ਼ਨ ਹੁਣ ਆਈ ਹੈ ਇਹ N95 ਮਾਸਕ ਦੇ ਅੰਦਰ ਨਹੀਂ ਜਾ ਸਕਦੀ। ਪਰ ਕਮਾਲ ਦੇਖੋ, ਅਸੀਂ N95 ਮਾਸਕ ਵੀ ਕਹਿੰਦੇ ਆ ਕਿ ਸਾਨੂੰ ਸਾਹ ਆਉਣਾ ਬੰਦ ਹੋਇਆ, ਇਹਨਾਂ ਥਾਵਾਂ ਤੋਂ ਰਤ ਤੱਕ ਢਿੱਲਾ ਕਰ ਲੈਂਦੇ ਆ। ਸੋ ਵਾਇਰਸ ਨੂੰ ਅਸੀਂ ਬੜਾ ਖੂਬਸੂਰਤ ਤਰੀਕੇ ਨਾਲ ਵੜਨ ਦਾ ਸਾਹ ਦੇ ਦਿੰਦੇ ਰਾਹ, ਕਿ ਆਓ ਇਧਰੋਂ ਵੀ ਵੜ ਜਾਓ ਤੇ ਇਧਰੋਂ ਵੀ ਵੜ ਜਾਓ। ਸੋ ਇਹ ਪਹਿਲੀ ਗੱਲ ਤਾਂ ਮਾਸਕ ਕਿਹੜਾ ਤੇ ਕਿਵੇਂ ਵਰਤਿਆ ਜਾਏ। ਠੋਡੀਆਂ ਸਾਡੀਆਂ ਬਿਲਕੁਲ ਮਾਸਕ ਨੂੰ ਕੁਝ ਵੀ ਨਹੀਂ ਰੋਕ ਸਕਦੀਆਂ, ਵਾਇਰਸ ਨੂੰ ਧੋਖਾ ਨਹੀਂ ਦੇ ਸਕਦੀਆਂ। ਜਾਲੀਦਾਰ ਮਾਸਕ, ਹੀਰੇ ਜੜੇ ਮਾਸਕ ਉੱਕਾ ਨਹੀਂ ਤੁਹਾਨੂੰ ਬਚਾ ਸਕਦੇ। ਸੋ ਸਿੰਪਲ, ਜੇ ਤੁਸੀਂ ਲੈਣਾ ਜੇ ਸਰਜੀਕਲ ਮਾਸਕ ਤਾਂ ਪੁੱਠਾ ਕਰਕੇ ਨੀਲਾ ਹਿੱਸਾ ਅੰਦਰ ਕਰਕੇ ਬੰਨੋ, ਤੁਸੀਂ ਉਸ ਤੋਂ ਜ਼ਰੂਰ ਬਚ ਸਕਦੇ ਹੋ, ਬਸ਼ਰਤੇ ਸਾਈਡ ਤੋਂ ਉਂਗਲ ਮਾਰ ਕੇ ਖੁਰਕ ਨਾ ਕਰੋ, ਉਹ ਤੁਸੀਂ ਰਾਹ ਖੋਲ ਰਹੇ ਹੋ। ਸੋ ਦੂਸਰਾ N95 ਮਾਸਕ ਪ੍ਰੋਪਰ, ਜਿਹੜਾ ਕਿ ਨੱਕ ਦੇ ਨਾਲ ਲੱਗ ਕੇ ਤੁਸੀਂ ਪ੍ਰੋਪਰ ਕਵਰੇਜ ਦਿਓਗੇ, ਉਹ ਤੁਹਾਨੂੰ ਕਿਸੇ ਵੀ ਕਿਸਮ ਦਾ, ਇੱਥੋਂ ਤੱਕ ਕਿ ਕਰੋਨਾ ਪੀੜਤ ਜੋ ਮਰੀਜ਼ ਸਾਹਮਣੇ ਖੜਾ ਹੈ 10 ਮਿੰਟ ਤੱਕ ਉਹਦੇ ਕੋਲ ਬੈਠਣ ਦੇ ਬਾਵਜੂਦ ਤੁਹਾਨੂੰ ਕਰੋਨਾ ਨਹੀਂ ਹੋ ਸਕਦਾ ਜੇ ਤੁਸੀਂ ਪ੍ਰੋਪਰ ਆਪਣਾ ਮਾਸਕ ਪਾਇਆ ਹੋਇਆ। ਇਸੇ ਤਰ੍ਹਾਂ ਜਿਹੜਾ ਅਸੀਂ ਜੋ ਹੁਣ ਟੀਕਾਕਰਨ ਲਈ ਇੰਨੇ ਸਵਾਲ ਤੇ ਇੰਨੇ ਕਿੰਤੂ ਪਰੰਤੂ, ਮੈਂ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਇਸ ਗੱਲ ਤੇ ਆਉਣਾ ਚਾਹੁੰਦਾ, ਜਿਹੜੇ ਮਾਸਕ ਦੇ ਬਾਰੇ ਤੁਸੀਂ ਗੱਲ ਕੀਤੀ, ਇੱਕ ਹੋਰ ਮਾਸਕ ਨਵਾਂ ਕਿਹਾ ਜਾਂਦਾ ਵੀ ਜਿਹਦੇ ਰਾਹੀਂ ਨਹੀਂ ਇਹਦੇ ਕੀਟਾਣੂ ਅੰਦਰ ਜਾਂਦੇ, ਉਹਦੇ ਬਾਰੇ ਕੀ ਤੁਹਾਡਾ ਖਿਆਲ ਹੈ? ਕੋਈ ਹੋਰ ਵੀ ਨਵਾਂ ਆ ਪਿਛਲੇ ਦਿਨੀ ਇੱਕ IIT ਦੇ ਵਿਦਿਆਰਥੀਆਂ ਨੇ ਕੱਢਿਆ? ਦੇਖੋ, ਮਾਸਕ ਤਾਂ ਬਹੁਤ ਸਿਰੇ ਦੇ ਪਏ ਨੇ, ਕਿਉਂਕਿ ਇਹੋ ਜਿਹੀਆਂ ਲੈਬੋਰੇਟਰੀਜ਼ ਵੀ ਸਾਡੇ ਸਨ ਜਿਹੜੀਆਂ ਦੇ ਵਿੱਚ ਲੈਮੀਨਾਰ ਫਲੋ ਅਸੀਂ ਇੱਕ ਗਿਣਦੇ ਹਾਂ ਵੀ 0 ਕੀਟਾਣੂ ਰਹਿਤ ਜੋ ਉੱਥੇ ਹੁੰਦਾ ਉਸ ਥਾਂ ਤੇ ਕ੍ਰੀਏਟ ਕੀਤਾ ਹੁੰਦਾ ਥਾਂ, ਉਹਨਾਂ ਥਾਵਾਂ ਤੇ ਵੀ ਉਹ ਵਰਤੇ ਨੇ ਜਿੱਥੇ ਰੈਸਪੀਰੇਟਰਸ ਨਾਲ ਲੱਗੇ ਹੁੰਦੇ ਨੇ, ਉਹ ਵੱਡੇ ਵੱਡੇ ਪਾਈਪਸ ਵਾਲੇ ਵੀ ਸਾਰੇ। ਸੋ ਬੜੇ ਐਡਵਾਂਸਡ ਸਾਡੇ ਕੋਲ ਹਨ ਮਾਸਕ ਜਿਹੜੇ ਵਰਤੇ ਜਾ ਸਕਦੇ ਨੇ। ਜਿੰਨੀਆਂ ਜਿੰਨੀਆਂ ਨਵੀਆਂ ਕ੍ਰੀਏਸ਼ਨ ਸਾਡੇ ਕੋਲ ਮੌਜੂਦ ਨੇ, ਉਹਨਾਂ ਤੋਂ ਤੇਜ਼ੀ ਨਾਲ ਦਰਅਸਲ ਵਾਇਰਸ ਤਬਦੀਲ ਹੋ ਰਹੀ ਹੈ। ਸੋ ਸਾਨੂੰ ਇਹ ਅਜੇ ਤੱਕ 100% ਹੁਣ ਤੱਕ ਦੇ ਲਈ ਅਸੀਂ ਨਹੀਂ ਲੱਭ ਸਕੇ ਕਿ ਇਹ ਵਾਇਰਸ ਦਾ ਅਗਲੇ ਹਫਤੇ ਹੀ ਜੋ ਬਦਲ ਕੇ ਰੂਪ ਪਹੁੰਚਣਾ ਹੈ ਉਹ ਹੋਰ ਬਰੀਕ ਆਏਗਾ ਜਾਂ ਕੁਝ ਵੱਡਾ ਆਏਗਾ ਜਾਂ ਕਿੰਨਾ ਕੁ ਡਾਢਾ ਆਏਗਾ, ਅਜੇ ਤੱਕ ਸਾਨੂੰ ਪਤਾ ਨਹੀਂ। ਸੋ ਜਦੋਂ ਤੱਕ ਲਈ ਅਸੀਂ ਨਵਾਂ ਮਾਸਕ ਤੇ ਉਹਦੇ ਉੱਤੇ ਉਹ ਕੀਟਾਣੂ ਚਿਪਕਾ ਕੇ ਕਿ ਇਹ ਯਾਨੀ ਕਰੋਨਾ ਵਾਇਰਸ ਜੋ ਨਵੀਂ ਸ਼ਕਲ ਵਿੱਚ ਤਬਦੀਲ ਹੋ ਕੇ ਆਇਆ ਹੈ ਉਹਨੂੰ ਪੈਨੀਟ੍ਰੇਟ ਕਰ ਸਕਦਾ ਜਾਂ ਨਹੀਂ, ਜਦੋਂ ਤੱਕ ਲੈਬੋਰੇਟਰੀ ਵਿੱਚ ਅਸੀਂ ਉਹਦੇ ਯਾਨੀ ਇੱਕ ਦੂਜੇ ਦਾ ਸਾਹਮਣਾ ਨਹੀਂ ਕਰਾ ਦਿੰਦੇ, ਉਦੋਂ ਤੱਕ 100% ਲੋਕਾਂ ਲਈ ਵਰਤੋਂ ਲਈ ਅਸੀਂ ਹਾਮੀ ਨਹੀਂ ਭਰ ਸਕਦੇ, ਕਿਉਂਕਿ ਇਹ ਖੋਜਾਂ ਅਜੇ ਜਾਰੀ ਨੇ। ਪਰ ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹ ਇੰਨੀ ਛੇਤੀ ਸ਼ਕਲ ਆਪਣੀ ਤਬਦੀਲ ਕਰਦੀ ਜਾ ਰਹੀ ਹੈ ਕਿ ਉਹ ਨਵੀਂ ਕਿਸ ਰੂਪ ਚ ਆਏਗੀ ਅਜੇ ਸਾਨੂੰ ਅੰਦਾਜ਼ਾ ਹੀ ਨਹੀਂ। ਤੁਸੀਂ ਹੈਰਾਨ ਹੋਗੇ ਜੇ ਮੈਂ ਲੇਟੈਸਟ ਜੈਨੇਟਿਕ ਜੋ ਸਾਡੇ ਕੋਲ ਅੰਕੜੇ ਆਏ ਨੇ, ਸ਼ਾਇਦ ਦਿਲ ਕੰਬਾਊ ਵੀ ਨੇ ਪਰ ਹੈਗੇ ਲੇਟੈਸਟ ਨੇ, ਕਿ ਲਗਭਗ 70,000 ਹੋਰ ਨਵੀਆਂ ਕਿਸਮਾਂ ਹਿਊਮਨ ਇੰਟੈਸਟਾਈਨਸ ਦੇ ਵਿੱਚ ਯਾਨੀ ਨਾਰਮਲ ਇਨਸਾਨ ਦੇ ਅੰਤੜੀਆਂ ਦੇ ਵਿੱਚੋਂ ਇਸ ਵੇਲੇ ਲੱਭੀਆਂ ਗਈਆਂ ਨੇ, ਜੋ ਕਿ ਪਹਿਲਾਂ ਨਹੀਂ ਸਨ।
ਖਤਰਨਾਕ ਗੱਲ ਇਹ ਹੈ ਕਿ ਉਹ DNA ਹਿਊਮਨ DNA ਵਿੱਚ ਉਹ ਇਨਕੋਰਪੋਰੇਟ ਹੋ ਰਹੀਆਂ ਨੇ, ਯਾਨੀ ਜੈਨੇਟਿਕ ਤਬਦੀਲੀ ਵੱਲ ਨੂੰ ਤੁਰ ਰਹੀਆਂ ਨੇ। ਹੁਣ ਇਹਨਾਂ ਲਈ ਆਪਾਂ ਜੇ ਇੱਕ ਦੀ ਸਿਰਫ ਗੱਲ ਕਰ ਰਹੇ ਹਾਂ, ਮੈਂ ਡਰਾਉਣਾ ਨਹੀਂ ਚਾਹਿਆ, ਪਰ ਇਹ ਲੱਭਦੀਆਂ ਜਾ ਰਹੀਆਂ ਨੇ ਵਾਇਰਸਿਸ। ਜ਼ਰਾ ਅੰਦਾਜ਼ਾ ਲਾ ਲਓ ਕਿ ਜੇ ਅਸੀਂ ਇਹਨਾਂ ਦੇ ਨੋਰਮਲ ਰਹਿਣ ਸਹਿਣ ਦੇ ਵਿੱਚ ਅਸੀਂ ਇੰਟਰਫੀਅਰੈਂਸ ਇਸੇ ਤਰ੍ਹਾਂ ਕਰਦੇ ਰਹੇ ਜੋ ਕਰ ਰਹੇ ਹਾਂ, ਤਾਂ ਜਿਵੇਂ ਅਸੀਂ ਹੁਣ ਤੱਕ ਅਨੇਕ ਪ੍ਰਜਾਤੀਆਂ, ਭਾਵੇਂ ਉਹ ਫੁੱਲ ਸਨ, ਬੂਟੇ ਸਨ, ਜਾਂ ਕਈ ਤਰ੍ਹਾਂ ਦੇ ਪੰਛੀ, ਜਾਨਵਰ, ਇਹ ਸਭ ਖਤਮ ਕਰ ਚੁੱਕੇ ਹੈ ਨਹੀਂ ਇਸ ਦੁਨੀਆ 'ਚ। ਉਸੇ ਤਰ੍ਹਾਂ 383 ਜਾਤੀਆਂ ਹਿਊਮਨ ਬੀਇੰਗਸ ਦੀਆਂ ਖਤਮ ਹੋ ਚੁੱਕੀਆਂ ਨੇ। ਪਰ ਜੇ ਇਹੀ ਹਾਲ ਅਸੀਂ ਕਰਦੇ ਰਹੇ ਕਿ ਹਰ ਵਾਇਰਸ ਦਾ ਰਹਿਣ ਸਹਿਣ ਛੇੜਖਾਨੀ ਕਰਦੇ ਰਹੇ, ਤਾਂ ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲਾ ਸਮਾਂ ਮਨੁੱਖੀ ਜਾਤੀ ਲਈ ਹੀ ਸ਼ਾਇਦ ਖਤਰਨਾਕ ਸਾਬਤ ਹੋ ਜਾਏਗਾ। ਡਾਕਟਰ ਸਾਹਿਬ, ਤੁਸੀਂ ਵੈਕਸੀਨ ਬਾਰੇ ਕੁਝ ਦੱਸ ਰਹੇ ਸੀਗੇ ਵੀ ਵੈਕਸੀਨ ਦੀ ਵੀ ਬੜੀ ਚਰਚਾ ਹੈ ਵੀ ਵੈਕਸੀਨ ਨਾਲ ਇਹ ਕਰੋਨਾ ਨੂੰ ਠੀਕ ਕੀਤਾ ਜਾ ਸਕਦਾ, ਕਾਬੂ ਪਾਇਆ ਜਾ ਸਕਦਾ। ਪਰ ਜਿਹੜੀਆਂ ਕੋਈ ਕੇਸ ਇਸ ਕਿਸਮ ਦੇ ਆਏ ਜਿਨ੍ਹਾਂ ਨੇ 2 ਵਾਰੀ ਵੈਕਸੀਨ ਲਵਾਈ, ਉਹਨਾਂ ਨੂੰ ਵੀ ਕਰੋਨਾ ਹੋ ਗਿਆ। ਇਹ ਵੈਕਸੀਨ ਬਾਰੇ ਤੁਹਾਡਾ ਕੀ ਕਹਿਣਾ? ਮੈਂ 2 ਚੀਜ਼ਾਂ ਨਾਲ ਤੁਹਾਨੂੰ ਜ਼ਰੂਰ ਪਹਿਲਾਂ ਸਾਂਝੀਆਂ ਕਰਾਂਗੀ ਕਿ ਆਪਾਂ ਕਾਰ ਖਰੀਦਦੇ ਹਾਂ, ਹਾਂਜੀ, ਉਹਦੇ ਨਾਲ ਸੀਟ ਬੈਲਟ ਹੁੰਦੀ ਹੈ। ਕਿਸੇ ਸੀਟ ਬੈਲਟ ਤੇ ਇਹ ਨਹੀਂ ਲਿਖਿਆ ਹੁੰਦਾ ਕਿ ਇਹਦੇ ਨਾਲ ਤੁਹਾਡਾ ਕਦੇ ਐਕਸੀਡੈਂਟ ਨਹੀਂ ਹੋਏਗਾ, ਪਰ ਉਹਦਾ ਮਕਸਦ ਜੇ ਇੱਕ ਕਿ ਉਸ ਸੀਟ ਬੈਲਟ ਦੇ ਨਾਲ ਅਸੀਂ ਮਾਰੂ ਐਕਸੀਡੈਂਟ ਦੇ ਵਿੱਚ ਵੀ ਸ਼ਾਇਦ ਬਚ ਜ਼ਰੂਰ ਸਕਦੇ ਹਾਂ। ਸੋ ਕਾਫੀ ਮੌਤਾਂ ਜੋ ਸਾਡੇ ਵੱਡੇ ਵੱਡੇ ਨਾਮਵਰ ਹਸਤੀਆਂ ਦੀਆਂ ਹੋਈਆਂ ਜਿਨ੍ਹਾਂ ਨੇ ਸੀਟ ਬੈਲਟਾਂ ਨਹੀਂ ਸੀ ਪਾਈਆਂ, ਇੱਕ ਸੰਕੇਤ ਦਿੰਦੀਆਂ ਨੇ ਕਿ ਸੀਟ ਬੈਲਟ ਸਾਡੀ ਜ਼ਿੰਦਗੀ ਬਚਾ ਸਕਦੀ ਹੈ। ਇਨ ਬਿਨ 13 ਕਿਸਮ ਦੇ ਵਾਇਰਸਿਸ ਦੇ ਵਿਰੁੱਧ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਟੀਕਾਕਰਨ ਇਸ ਵੇਲੇ ਵੀ ਚੱਲ ਰਿਹਾ। ਇੱਕ ਵੀ ਟੀਕਾਕਰਨ ਜਿਨ੍ਹਾਂ 'ਚ ਭਾਵੇਂ ਉਹ DPT ਹੈ, ਪੋਲੀਓ ਹੈ, ਹਿਬ ਹੈ, MMR ਹੈ, ਯਾਨੀ ਜਿੰਨੇ ਵੀ ਤੁਸੀਂ ਨਾਂ ਲੈਣੇ ਚਾਹੋ, ਕੋਈ ਵੀ ਵੈਕਸੀਨ 100% ਪ੍ਰੋਟੈਕਸ਼ਨ ਨਹੀਂ ਦੇ ਰਿਹਾ ਹੁਣ ਤੱਕ ਦਾ ਵੀ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਸਮਾਲ ਪੌਕਸ ਵਰਗੀ ਬਿਮਾਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸਿਰਫ ਟੀਕਾਕਰਨ ਸਦਕਾ। ਪੋਲੀਓ ਖਤਮ ਹੋਣ ਦੀ ਕਗਾਰ ਤੇ ਹੈ ਸਿਰਫ ਟੀਕਾਕਰਨ ਸਦਕਾ। ਇਹ ਸਭ ਬਿਮਾਰੀਆਂ ਤੇ ਜੇ ਕਾਬੂ ਪਾਇਆ ਜਾ ਸਕਿਆ ਤਾਂ ਸਿਰਫ ਟੀਕਾਕਰਨ ਜਦੋਂ 100% ਹੋ ਗਿਆ ਤਾਂ ਬਿਮਾਰੀ ਖਤਮ ਹੋ ਗਈ। ਬਿਲਕੁਲ ਇਸੇ ਤਰ੍ਹਾਂ ਕੋਵਿਡ ਦਾ ਟੀਕਾ ਕਿਸੇ ਵੀ ਹਾਲ ਵਿੱਚ ਬਿਮਾਰੀ ਰੋਕਣ ਵਾਸਤੇ ਬਣਿਆ ਹੀ ਨਹੀਂ ਹੈ। ਪਹਿਲਾਂ ਤਾਂ ਆਪਾਂ ਇੱਕ ਗੱਲ ਕਲੀਅਰ ਕਰੀਏ, ਬਿਮਾਰੀ ਰੋਕਦਾ ਹੀ ਨਹੀਂ। ਉਹਦਾ ਕੰਮ ਕੀ ਜੇ ਫਿਰ? ਕੰਮ ਇਹ ਹੈ ਕਿ ਜਿਸ ਤਰੀਕੇ ਇਹ ਵੱਡੀ ਗਿਣਤੀ ਮੌਤਾਂ ਦਾ ਕਾਰਨ ਬਣ ਰਿਹਾ ਹੈ, ਵੈਕਸੀਨ ਦਾ ਮਕਸਦ ਸਿਰਫ ਇੱਕੋ ਸੀ ਕਿ ਜਿਨ੍ਹਾਂ ਨੂੰ ਕੈਂਸਰ ਹੈ, ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ, ਜਿਨ੍ਹਾਂ ਨੂੰ ਜਿਗਰ ਦੇ ਰੋਗ ਨੇ, ਗੁਰਦੇ ਦੇ ਰੋਗ ਨੇ, ਜਿਨ੍ਹਾਂ ਨੂੰ ਕੋਈ ਹੋਰ ਯਾਨੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਨ੍ਹਾਂ 'ਚ ਜਾਨ ਨੂੰ ਖਤਰਾ ਹੈ, ਉਹ ਲੋਕ ਜੇ ਇਹ ਵੈਕਸੀਨ ਲਵਾ ਲੈਂਦੇ ਨੇ ਤਾਂ ਫਿਰ ਮੌਤ ਦਾ ਖਤਰਾ ਟਲ ਜਾਂਦਾ ਹੈ। ਯਾਨੀ ਬਹੁਤ ਵੱਡੀ ਗੱਲ ਕਿ ਤੁਹਾਨੂੰ ਕਰੋਨਾ ਤਾਂ ਹੋਏਗਾ ਪਰ ਮਾਰ ਨਹੀਂ ਸਕੇਗਾ, ਯਾਨੀ ਸੀਰੀਅਸ ਕੰਪਲਿਕੇਸ਼ਨਸ ਤੋਂ ਤੁਹਾਨੂੰ 100% ਬਚਾਅ ਹੋਏਗਾ। ਬੜੀ ਹੈਰਾਨ ਹੋਗੇ ਜੇ ਮੈਂ ਦੱਸਾਂ ਕਿ ਜੇ ਅਸੀਂ ਸਿਰਫ ਗੱਲ ਕਰੀਏ ਸਿਗਰਟ ਨੋਸ਼ੀ ਦੀ, 1.6% ਦੇ ਨੇੜੇ ਤੇੜੇ ਲੋਕ ਨੇ ਜਿਨ੍ਹਾਂ ਦੇ ਲਹੂ ਦਾ ਝੱਪੇ ਜੰਮਦੇ ਨੇ, ਮੌਤ ਦੇ ਮੂੰਹ ਵਿੱਚ ਜਾਂਦੇ ਨੇ। ਕਰੋਨਾ ਨਾਲ 16%, ਤੇ ਕਰੋਨਾ ਦੇ ਟੀਕੇ ਨਾਲ ਜਿਸ ਤੇ ਇੰਨਾ ਹੋ ਹੱਲਾ ਹੋਇਆ 0.00004%। ਸਮਝ ਸਕਦੇ ਹੋ ਕਿ ਸਾਈਡ ਇਫੈਕਟਸ ਕਿਸ ਦੇ ਵੱਧ ਨੇ। ਪਰ ਅਸੀਂ ਉਸ ਇੱਕ ਸਾਈਡ ਇਫੈਕਟਸ ਤੇ ਜਿਨ੍ਹਾਂ ਤੇ 77 ਕਰੋੜ ਨੂੰ ਪੂਰੀ ਦੁਨੀਆ 'ਚ ਲੱਗਣ ਦੇ ਬਾਅਦ ਸਿਰਫ 7 ਮੌਤਾਂ ਹੋਈਆਂ, ਜੋ ਕਿ ਕਿਸੇ ਹੋਰ ਟੀਕਾਕਰਨ ਵਿੱਚੋਂ ਸਭ ਤੋਂ ਘੱਟ ਜੇ, ਫਿਰ ਆਖਰ ਮੌਤ ਦੇ ਮੂੰਹ ਚੋਂ ਬਚਾਉਂਦੇ ਟੀਕੇ ਤੋਂ ਪਰਹੇਜ਼ ਕਿਉਂ? ਪਰ ਡਾਕਟਰ ਸਾਹਿਬ, ਮੌਤਾਂ ਬਾਰੇ ਸਾਡੇ ਦੇਸ਼ ਦੇ ਵਿੱਚ ਕੁਝ ਵੱਧ ਮੌਤਾਂ ਦੀ ਚਰਚਾ ਜ਼ਰੂਰ ਹੁੰਦੀ ਜੀ। ਉਹ ਕਾਰਨ ਇਹ ਸੀ ਕਿ ਕਿਸੇ ਨੇ ਵੀ ਇਹ ਟੈਸਟ ਕਰਾਉਣਾ ਨਹੀਂ ਸਮਝਿਆ ਲਾਜ਼ਮੀ ਕਿ ਟੀਕਾਕਰਨ ਤੋਂ ਪਹਿਲਾਂ ਕੀ ਉਹ ਗ੍ਰਸਤ ਤਾਂ ਨਹੀਂ ਬਿਮਾਰੀ ਤੋਂ ਹੋ ਚੁੱਕੇ। ਕਿਉਂਕਿ ਬਹੁਤਿਆਂ ਨੂੰ ਦੇਖੋ, ਜੋ ਟਾਈਮ ਪੀਰੀਅਡ ਹੁੰਦਾ ਕਿ ਵਾਇਰਸ ਨੇ ਅੰਦਰ ਵੜੇ ਤੇ ਉਹਨੇ ਬਿਮਾਰੀ ਕਰਨੀ ਹੈ, ਉਹ ਟਾਈਮ ਪੀਰੀਅਡ ਵੀ ਅਸੀਂ ਨਹੀਂ ਖਿਆਲ ਵਿੱਚ ਰੱਖਦੇ ਕਿ ਟੀਕਾ ਲਾਇਆ ਅਗਲੇ ਦਿਨ ਕਰੋਨਾ ਪੋਜ਼ਿਟਿਵ ਹੋ ਗਿਆ, ਜੋ ਕਿ ਸੰਭਵ ਹੀ ਨਹੀਂ। ਦਾ ਮਤਲਬ ਹੈ ਟੀਕਾਕਰਨ ਤੋਂ ਪਹਿਲਾਂ ਵਾਇਰਸ ਉਹਨਾਂ ਦੇ ਸਰੀਰ 'ਚ ਵੜ ਚੁੱਕੀ ਸੀ, ਤਾਂ ਉਸ ਟੀਕੇ ਨੇ ਵੀ ਆਪਣਾ ਅਸਰ ਵਿਖਾਉਣ ਲਈ ਸਮਾਂ ਲੈਣਾ 14 ਦਿਨ। ਸੋ ਉਸ ਤੋਂ ਪਹਿਲਾਂ ਜੇ ਹੱਲਾ ਹੋਇਆ ਜੇ ਤਾਂ ਪੁਰਾਣੀ ਵਾਇਰਸ ਹੀ ਤੁਹਾਡੇ 3-4 ਦਿਨ ਪਹਿਲਾਂ ਵੜੀ ਸੀ, ਜਿਸ ਨੇ ਇਹ ਮੌਤ ਦਾ ਕਾਰਨ ਬਣ ਗਈ। ਕਿਉਂਕਿ ਉਹ ਸੀਰੀਅਸਨੈਸ ਜਿੰਨੀ ਕੁ ਉਹ ਮੈਂ ਪਹਿਲਾਂ ਦੱਸ ਦਿਆਂ ਕਿ ਜਦੋਂ ਸਾਡੇ ਕੋਲ ਸੱਪ ਡੰਗੇ ਦੇ ਕੇਸ ਆਉਂਦੇ ਨੇ ਨਾ,
ਤਾਂ 80% ਹੁੰਦੇ ਨੇ ਜਿਹੜੇ ਨੌਨ ਪੋਇਜ਼ਨਸ, ਖਰੇ ਇਸ ਤੋਂ ਵੀ ਵੱਧ। ਤੇ ਉਹ ਡਰ ਤੇ ਭੈ ਨਾਲ ਹੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮਰ ਜਾਂਦੇ ਨੇ। ਇਨ ਬਿਨ ਕਰੋਨਾ ਨਾਲ ਡਰ ਤੇ ਭੈ ਸਾਨੂੰ ਇਸ ਤਰੀਕੇ ਚਿੰਬੜਦਾ ਕਿ ਅਸੀਂ ਨਾਰਮਲ ਬੰਦਿਆਂ ਦੀਆਂ ਮੌਤਾਂ ਹੁੰਦੀਆਂ ਵੇਖੀਆਂ ਨੇ ਡਰ ਦੇ ਨਾਲ। ਤੇ ਫਿਰ ਦੂਜੇ ਪਾਸੇ ਤੁਸੀਂ ਆਪ ਹੀ ਸੋਚੋ, 80 ਵਰਿਆਂ ਦੀ ਬਜ਼ੁਰਗ ਸਾਡੇ ਕੋਲ ਮਾਂ ਸੀ ਜਿਹਦੇ ਫੈਲਿਆ ਹੋਇਆ ਗੋਲ ਬਲੈਡਰ ਦਾ ਕੈਂਸਰ ਸੀ, ਉਹਨੂੰ ਵੀ ਕਰੋਨਾ ਸੀ, ਪਰ ਉਸ ਬੀਬੀ ਦੀ ਅਸੀਂ ਤਾਂ ਕਮਾਲ ਸੀ, ਚੜ੍ਹਦੀ ਕਲਾ ਵੇਖ ਕੇ ਉਹ ਮੈਨੂੰ ਕੁਝ ਨਹੀਂ ਹੋਣਾ ਇਸ ਤਰ੍ਹਾਂ ਦੇ ਕਰਦੇ ਤੇ ਛੁੱਟੀ ਵੀ ਕਰਾ ਕੇ ਗਏ ਨੇ ਨਾਰਮਲ ਹੋ ਕੇ, ਜਦ ਕਿ ਫੈਲਿਆ ਹੋਇਆ ਕੈਂਸਰ ਅਜੇ ਵੀ ਸੀ ਪਰ ਕਰੋਨਾ ਤੋਂ ਬਚ ਕੇ ਨਿਕਲ ਗਏ ਨੇ। ਸੋ ਅਸੀਂ ਸਮਝ ਸਕਦੇ ਹਾਂ ਕਿ ਕਰੋਨਾ ਆਪ ਇੰਨਾ ਤਗੜਾ ਮਾਰੂ ਅਸਰ ਨਹੀਂ ਰੱਖਦਾ ਜਿੰਨਾ ਸਾਨੂੰ ਡਰ ਸਾਡੇ ਅੰਦਰਲਾ ਸਾਨੂੰ ਖਤਮ ਕਰ ਦਿੰਦਾ ਹੈ। ਡਾਕਟਰ ਸਾਹਿਬ ਇਹ ਤਾਂ ਹੋ ਗਿਆ ਵੈਕਸੀਨ ਦਾ, ਮਤਲਬ ਵੈਕਸੀਨ ਇਹਦੇ 'ਚ ਮਤਲਬ ਬਚਾਅ ਦਾ ਸਾਧਨ ਹੈਗੇ, ਪਰ ਇਹਦੇ ਨਾਲ ਕੁਝ ਹੋਰ ਗੱਲਾਂ ਕਹੀਆਂ ਜਾਂਦੀਆਂ, ਜਿਵੇਂ ਨਾਰੀਅਲ ਪਾਣੀ ਪੀਓ, ਮਤਲਬ ਸਵੇਰੇ ਕਾੜਾ ਪੀਓ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹ ਕੋਈ ਅਸਰਦਾਰ ਹੈ ਜਾਂ ਨਹੀਂ ਹੈ? ਦੇਖੋ, ਕੋਵਿਡ ਦੇ ਵਿੱਚ ਜੋ ਮੌਤ ਜੋ ਅਸੀਂ ਦੇਖ ਰਹੇ ਹਾਂ ਜਾ ਕੇ 7ਵੇਂ 8ਵੇਂ ਦਿਨ ਤੋਂ ਬਾਅਦ ਇੱਕ ਸਾਈਟੋਕੀਨ ਸਟਾਰਮ ਹੁੰਦਾ ਜੇ। ਉਹ ਹੁੰਦਾ ਜੇ ਕਿ ਤੁਹਾਡੀ ਕਿੰਨੀ ਕੁ ਤਗੜੀ ਇਮਿਊਨਿਟੀ ਹੈ ਬਾਡੀ ਦੀ ਜਿਹੜੀ ਰਿਸਪੌਂਡ ਕਰਦੀ ਹੈ ਉਸ ਮਰਦੀ ਜਾਂਦੀ ਵਾਇਰਸ ਨੂੰ ਕਿ ਮੈਂ ਤੈਨੂੰ ਹੁਣ ਖਤਮ ਕਰਨਾ ਹੈ। ਸੋ ਜਿਹਦਾ ਜ਼ਿਆਦਾ ਤਗੜਾ ਸਟਾਰਮ ਹੋਵੇ ਉਹ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਯਾਨੀ ਇੱਕ ਕਹਿਣ ਦਾ ਭਾਵ ਕਿ ਲੋੜੋਂ ਵੱਧ ਹਰ ਚੀਜ਼ ਨੁਕਸਾਨ ਕਰਦੀ ਹੈ। ਸਾਨੂੰ ਝੱਲ ਪੈ ਗਿਆ ਇਮਿਊਨਿਟੀ ਲਈ, ਜਦ ਕਿ ਇਮਿਊਨਿਟੀ ਕੁਦਰਤ ਨੇ ਸਾਡੇ ਵਿੱਚ ਬੇਮਿਸਾਲ ਭਰੀ। ਸਿਰਫ ਇੰਨਾ ਕਹਿਣ ਨਾਲ ਸ਼ੁਕਰ ਹੈ ਤੂੰ ਮੇਰੇ ਸਿਰ ਤੇ ਹੈ, ਮੇਰੇ ਸਿਰ ਤੇ ਤੇਰਾ ਹੱਥ ਹੈ, ਮੈਨੂੰ ਕੋਈ ਕੁਝ ਵੀ ਨਹੀਂ ਕਰ ਸਕਦਾ। ਇੰਨੇ ਕੁ ਨਾਲ ਸਾਡੇ ਅੰਦਰ ਜਿੰਨੇ ਓਪੀਓਇਡਸ ਤੱਕ ਨੈਚੁਰਲ ਨਿਕਲ ਆਉਂਦੇ ਨੇ ਕਿ ਜਬੂਰਾਂ ਨਾਲ ਮਾਸ ਪੱਟ ਦਿਓ ਨਾ, ਸਾਨੂੰ ਦਰਦ ਮਹਿਸੂਸ ਨਹੀਂ ਹੁੰਦੀ। ਇਹ ਸਾਡਾ ਕੁਦਰਤੀ ਸਾਡੇ ਅੰਦਰ ਰੱਬ ਨੇ ਭਰ ਕੇ ਭੇਜੀ ਹੈ। ਤੇ ਫਿਰ ਨਿੱਕੀ ਤੋਂ ਨਿੱਕੀ ਚੀਜ਼, ਸੇਬ ਤੋਂ ਲੈ ਕੇ ਅੰਗੂਰ ਤੋਂ ਲੈ ਕੇ ਅਨਾਰ ਤੋਂ ਲੈ ਕੇ ਪਪੀਤਾ, ਹਰ ਚੀਜ਼ 'ਚ ਇਮਿਊਨਿਟੀ ਵਧਾਉਣ ਦੇ ਬੇਅੰਤ ਚੀਜ਼ਾਂ ਭਰੀਆਂ ਪਈਆਂ ਨੇ ਜੋ ਅਸੀਂ ਖਾਈ ਜਾਂਦੇ ਹਾਂ ਪਰ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ। ਪਰ ਇਹ ਚੀਜ਼ ਖਾਣੀ ਮੈਂ ਕਹਾਂ ਉੱਕਾ ਹੀ ਅਸਰਦਾਰ ਨਹੀਂ। ਸ਼ਾਇਦ ਤੁਸੀਂ ਨਾਰਾਜ਼ ਹੋ ਜਾਓ, ਤਾਂ ਮੈਨੂੰ ਲੱਗਦਾ ਕਿ ਖਾ ਪੀ ਕੇ ਜੇ ਲੱਗਦਾ ਵੀ ਮੇਰੀ ਇਮਿਊਨਿਟੀ ਅਸਮਾਨ ਤੇ ਚੜ੍ਹ ਗਈ ਹੈ ਤਾਂ ਖਾਂਦੇ ਰਹੋ, ਕਿਉਂਕਿ ਸਾਨੂੰ ਤਾਂ ਚੜ੍ਹਦੀ ਕਲਾ ਹੀ ਚਾਹੀਦੀ ਹੈ। ਜਿੰਨੇ ਸਾਡੇ ਮਰੀਜ਼ਾਂ ਨੂੰ ਚੜ੍ਹਦੀ ਕਲਾ ਬਚਾ ਲਏਗੀ ਉਹਦੇ ਲਈ ਜੋ ਵੀ ਤੁਸੀਂ ਖਾਣਾ ਚਾਹੋ ਖਾਈ ਜਾਓ। ਪਰ ਮੈਂ ਦੱਸ ਦਿਆਂ, ਇਮਿਊਨਿਟੀ ਰਾਤ ਨੂੰ ਖਾਧੀ ਦਵਾਈ ਨਾਲ ਸਵੇਰੇ ਨਹੀਂ ਜੇ ਵੱਧਦੀ। ਵਿਟਾਮਿਨ ਸੀ ਟਨਾਂ ਦੇ ਹਿਸਾਬ ਨਾਲ ਖਾ ਲਓ, ਉਹਨੇ ਕੱਖ ਨਹੀਂ ਕਰਨਾ, ਜ਼ਿੰਕ ਨੇ ਕੱਖ ਨਹੀਂ ਕਰਨਾ। ਉਹਨਾਂ ਦੇ ਅਸਰ ਸ਼ੁਰੂ ਹੁੰਦਿਆਂ ਹੀ ਲੱਗ ਜਾਂਦਾ ਸਮਾਂ 10 ਦਿਨ, ਉਨੀ ਦੇਰ ਨੂੰ ਤੁਸੀਂ ਨਰੋਏ ਹੋ ਕੇ ਘਰ ਪਹੁੰਚ ਜਾਂਦੇ ਹੋ। ਇਮਿਊਨਿਟੀ ਦੇ ਸੈੱਲ ਉਹਨੇ ਦੇ ਉਹਨੇ ਹੀ ਰਹੇ ਹੁੰਦੇ ਨੇ। ਪਰ ਤੁਸੀਂ ਲੋੜੋਂ ਵੱਧ ਜਦੋਂ ਵੀ ਚੀਜ਼ ਕਰਦੇ ਹੋ ਨੁਕਸਾਨ ਪਹੁੰਚਾ ਦਿੰਦੀ ਹੈ। ਪਰ ਸਭ ਤੋਂ ਵੱਧ ਤੇ ਜ਼ਰੂਰੀ ਹੈ ਮੈਂ ਇਸ ਬਿਮਾਰੀ ਨੂੰ ਜਿੱਤ ਸਕਦਾ। ਇਹ ਸੋਚ ਤੁਹਾਨੂੰ ਜ਼ਰੂਰ ਠੀਕ ਕਰ ਦੇਗੀ। ਮਤਲਬ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਬੰਦੇ ਨੂੰ, ਮਰੀਜ਼ ਆ ਜਾਂ ਨਹੀਂ ਮਰੀਜ਼, ਇਹ ਸਵਾਲ ਨਹੀਂ। ਬਿਲਕੁਲ, ਭਾਵੇਂ ਬਿਮਾਰੀ ਕੈਂਸਰ ਤੱਕ ਦੀ ਦੇ ਵਿੱਚ ਅਸੀਂ ਫਤਿਹ ਪਾਈ ਦੇਖੀਏ, ਲਹੂ ਦੇ ਕੈਂਸਰ ਵਿੱਚ, ਜਿਸ ਨੂੰ ਉਹੀ 2 ਗਰੁੱਪਸ ਵਿੱਚ ਵੰਡੇ ਸਨ। ਜੋ ਮੈਂ ਤੁਹਾਨੂੰ ਫੈਕਚੁਅਲ ਚੀਜ਼ ਰਿਸਰਚ ਬੇਸਡ ਦੱਸਣਾ ਚਾਹੁੰਦੀ ਹਾਂ, ਲਾਸਟ ਸਟੇਜ ਕੈਂਸਰ ਦੇ ਵਿੱਚ, ਲਾਸਟ ਸਟੇਜ ਯਾਨੀ ਸਮਝ ਲਓ ਕਿ ਮਰਨਾ ਸਭ ਨੇ ਸੀ, 6 ਮਹੀਨੇ ਦਾ ਸਮਾਂ ਸੀ, 2 ਗਰੁੱਪ ਵੰਡ ਦਿੱਤੇ ਗਏ ਤੇ ਦੋਨਾਂ ਗਰੁੱਪਾਂ 'ਚ ਇੱਕੋ ਜਿਹੀਆਂ ਦਵਾਈਆਂ ਸੀ, ਇੱਕੋ ਜਿਹੇ ਹਾਲ ਸਨ, ਸਭ ਕੁਝ ਸੇਮ। ਸਿਰਫ ਇੱਕ ਚੀਜ਼ ਫਰਕ ਕੀਤੀ ਗਈ ਕਿ ਜਿਹੜਾ ਗਰੁੱਪ A ਸੀ ਉਹਦੇ ਵਿੱਚ ਨਰਸਾਂ ਨੂੰ ਤੇ ਡਾਕਟਰਾਂ ਨੂੰ ਸਿਰਫ ਇੰਨਾ ਕਹਿਣ ਨੂੰ ਦਿੱਤਾ ਗਿਆ ਕਿ ਤੁਸੀਂ ਕਹੋ ਕੋਈ ਨਾ, ਮੈਂ ਹਾਂ ਨਾ, ਤੁਸੀਂ ਠੀਕ ਹੋ ਜਾਓਗੇ। ਬਸ ਸਿਰਫ ਇੰਨੇ ਸ਼ਬਦ ਦਿਨ ਵਿੱਚ 3 ਵਾਰ ਕਹਿਣੇ ਸਨ। ਤੇ ਨਰਸਾਂ ਦਾ ਕੰਮ ਸੀ ਹੱਥ ਤੇ ਹੱਥ ਰੱਖਣਾ, ਮੋਢੇ ਤੇ ਸ਼ਾਬਾਸ਼ੀ ਦੇਣੀ, ਥਾਪੜਾ ਦੇਣਾ, ਉਹ ਤੂੰ ਠੀਕ ਹੋ ਰਿਹਾ, ਪਰਵਾਹ ਨਾ ਕਰ। ਇੰਨੀ ਕੁ ਚੀਜ਼ ਨਾਲ ਜੋ ਰਿਜ਼ਲਟਸ ਨਿਕਲੇ ਨੇ ਉਹ ਇਸ ਵੇਲੇ ਅਸੀਂ ਪੜ੍ਹਾਉਂਦੇ ਹਾਂ, ਯਾਨੀ ਸਟੂਡੈਂਟਸ ਲਈ ਅਸੀਂ ਕਿਤਾਬਾਂ 'ਚ ਛਪ ਕੇ ਰਿਸਰਚ ਆਈਏ ਕਿ 6 ਮਹੀਨੇ ਬਾਅਦ ਗਰੁੱਪ B ਜਿਹਨੂੰ ਇਹ ਚੀਜ਼ ਨਹੀਂ ਸੀ ਕੀਤੀ ਗਈ, ਸਾਰੇ ਦੇ ਸਾਰੇ, ਕੁਝ 3 ਮਹੀਨੇ ਬਾਅਦ, ਕੁਝ 4 ਮਹੀਨੇ ਬਾਅਦ, ਤੇ 6 ਤੇ ਸਾਰੇ ਦੇ ਸਾਰੇ ਮਰ ਚੁੱਕੇ ਸਨ। ਗਰੁੱਪ A ਜਿਹੜੇ ਵਾਰਡ ਵਿੱਚ ਸਨ, ਇੱਕ ਵੀ ਬੰਦਾ 6 ਮਹੀਨੇ ਬਾਅਦ ਮੋਇਆ ਨਹੀਂ ਸੀ। ਬਿਮਾਰੀ ਉਨੀ ਸੀ। ਮਤਲਬ ਇੱਛਾ ਸ਼ਕਤੀ ਜਿਹੜੀ ਆ ਉਹਨੂੰ ਮਜ਼ਬੂਤ। ਤੇ ਹੈਰਾਨ ਤੁਸੀਂ ਇਹ ਹੋ ਜਾਓਗੇ ਜੇ ਮੈਂ ਦੱਸਾਂ ਕਿ ਉਹਨਾਂ 'ਚੋਂ ਇੱਕ ਮਰੀਜ਼ 10 ਸਾਲ ਤੱਕ ਜ਼ਿੰਦਾ ਰਹਿ ਗਿਆ। 10 ਸਾਲ। ਅੰਦਾਜ਼ਾ ਲਾ ਲਓ ਕਿ ਸਿਰਫ ਇੰਨੀ ਗੱਲ, ਮੈਂ ਹਾਂ ਨਾ, ਪਰਵਾਹ ਨਾ ਕਰ। ਯਾਨੀ ਅਸੀਂ ਕਿਤਾਬ ਵਿੱਚ ਛਾਪ ਦਿੱਤਾ ਰੀਅਸ਼ੋਰੈਂਸ। ਪਹਿਲਾ ਇਲਾਜ ਸ਼ੁਰੂ ਤੋਂ ਹੋਣ ਤੋਂ ਪਹਿਲੀ ਇੱਕ ਚੀਜ਼ ਕਿ ਇਹ ਹਰ ਇੱਕ ਨੇ ਕਰਨੀ ਹੈ। ਮੇਰਾ ਖਿਆਲ ਇਹ ਸਪਸ਼ਟ ਕਰ ਦਿੰਦਾ ਹੈ ਕਿ ਕੋਈ ਕਿਸੇ ਵੀ ਵੱਡੀ ਤੋਂ ਵੱਡੀ ਬਿਮਾਰੀ ਤੇ ਫਤਿਹ ਪਾਉਣੀ ਹੈ ਤਾਂ ਗੱਲ ਸਿਰਫ ਇਹ
ਕਿ ਮੈਂ ਇਹਦੇ ਨਾਲ ਲੜ ਸਕਦਾ, ਪਰਵਾਹ ਨਾ ਕਰੋ। ਇੱਕ ਡਾਕਟਰ ਸਾਹਿਬ, ਵੈਕਸੀਨ ਹੋ ਗਿਆ, ਦੂਜਾ ਤੁਸੀਂ ਕਿਹਾ ਵੀ ਖਾਣ ਪੀਣ ਦਾ ਇਮੀਡੀਏਟ ਅਸਰ ਨਹੀਂ ਹੁੰਦਾ, ਪਰ ਫਿਰ ਵੀ ਲੋਕਾਂ ਨੂੰ ਕਿਸ ਗੱਲ ਨਾਲ ਤਰਵਾਸ ਮਿਲੇ ਉਹ ਵੈਕਸੀਨ ਕਰਵਾਉਣ, ਖਾਣ ਪੀਣ ਦਾ ਢੰਗ ਬਦਲਣ, ਕੀ ਮਤਲਬ? ਦੇਖੋ, ਸਭ ਤੋਂ ਵੱਧ ਜ਼ਰੂਰੀ ਜੇ ਮਾਸਕ ਪਾਉਣਾ, ਠੋਡੀ ਤੇ ਪਾਣਾ ਰੱਬ ਦਾ ਵਾਸਤਾ ਜੇ ਛੱਡ ਦਿਓ, ਠੋਡੀ ਤੇ ਕੋਈ ਐਂਟਰੀ ਨਹੀਂ, ਅਸੀਂ ਸਾਰੇ ਉੱਥੇ ਹੀ ਪਾ ਕੇ ਫਿਰਦੇ ਹਾਂ। ਸੋ ਮਾਸਕ ਜਿਹੜਾ ਤੁਹਾਡਾ ਨੱਕ ਤੇ ਮੂੰਹ ਨੂੰ ਪ੍ਰੋਪਰ ਕਵਰੇਜ ਦੇ ਸਕੇ, ਕੱਪੜੇ ਦਾ ਨਾ ਹੋਵੇ, ਕਿਉਂਕਿ ਕੱਪੜੇ ਤੋਂ ਆਰ ਪਾਰ ਇਹ ਰੁਮਾਲ ਤੁਹਾਨੂੰ ਨਹੀਂ ਬਚਾ ਸਕਣ ਲੱਗੇ। ਪਰ ਜੇ ਤੁਸੀਂ, ਮੈਂ ਹੁਣੇ ਵੀ ਦੱਸ ਕੇ ਹਟੀ ਹਾਂ, ਇਹ ਪ੍ਰੂਵ ਵੀ ਹੋ ਚੁੱਕਾ, 10 ਮਿੰਟ ਤੱਕ ਬਕਾਇਦਾ ਤੁਸੀਂ ਕਰੋਨਾ ਪੇਸ਼ੈਂਟ ਦੇ ਨਾਲ ਬਹਿ ਕੇ ਵੀ ਉੱਠ ਕੇ ਗਏ ਹੋਵੋ, ਤੁਹਾਨੂੰ ਬਿਮਾਰੀ ਨਹੀਂ ਜੇ ਹੋਣ ਲੱਗੀ ਜੇ ਤੁਹਾਡਾ ਨੱਕ ਤੇ ਮੂੰਹ ਕਵਰਡ ਸੀ, ਤੁਹਾਨੂੰ ਸ਼ੇਕ ਹੈਂਡ ਵੀ ਕਰ ਲੋਗੇ, ਸਭ ਕੁਝ ਕਰ ਲੋਗੇ, ਕੁਝ ਨਹੀਂ ਹੋਣਾ। ਸਿਰਫ ਹੱਥ ਦਿਨ ਵਿੱਚ ਸੈਨੀਟਾਈਜ਼ਰ ਨਾ ਵਰਤੋ, ਰੱਬ ਦਾ ਵਾਸਤਾ ਸਾਬਣ ਵਰਤ ਲਓ, ਉਨਾ ਹੀ ਅਸਰਦਾਰ ਜੇ ਵੱਧ ਅਸਰਦਾਰ ਹੈ। ਸੋ ਸੈਨੀਟਾਈਜ਼ਰ ਦਾ ਨੁਕਸਾਨ ਜ਼ਰੂਰ ਮੈਂ ਦੱਸ ਦਿਆਂ, ਕਿਉਂਕਿ ਜਿਹੜਾ ਅਸੀਂ ਇਹ ਕਰੋਨਾ ਭਿਆਨਕ ਰੂਪ ਵਿੱਚ ਲਿਆਏ ਆ, ਵਾਧੂ ਸੈਨੀਟਾਈਜ਼ਰ ਦੀ ਵਰਤੋਂ ਸਦਕਾ ਹੈ, ਕਿਉਂਕਿ ਸੈਨੀਟਾਈਜ਼ਰ ਸਾਡੇ ਸਰੀਰ ਉੱਪਰ ਹੁੰਦੇ ਜੇ ਜੋ ਚੰਗੇ ਕੀਟਾਣੂ, ਜੋ ਇਹਨਾਂ ਵਾਇਰਸਾਂ ਨੂੰ ਮਾਰ ਦਿੰਦੇ ਨੇ ਵੜਨ ਤੋਂ ਪਹਿਲਾਂ, ਉਹਨਾਂ ਦਾ ਅਸੀਂ ਸਫਾਇਆ ਕਰ ਚੁੱਕੇ ਹਾਂ। ਸੋ ਨਤੀਜਾ, ਸਾਡੀ ਜਿਹੜੀ ਬਾਹਰਲੀ ਕਵਰੇਜ ਸੀ ਜੋ ਸਾਨੂੰ ਬਚਾਉਣ ਵਾਲੀ, ਉਹ ਖਤਮ ਹੈ, ਤੇ ਕਰੋਨਾ ਨੂੰ ਵਾਹ ਬਾਹਰ ਲੜਾਈ ਕੀਤੇ ਬਗੈਰ ਅੰਦਰ ਵੜਨ ਦਾ ਰਾਹ ਦੇ ਦਿੱਤਾ। ਸੋ ਸਿੰਪਲ ਹੱਥ ਧੋਈਏ, ਮਾਸਕ ਪਾਈਏ, ਇਕੱਠ ਤੋਂ ਬਚ ਜਾਈਏ, ਤੇ ਜੋ ਮਰਜ਼ੀ ਖਾਈਏ ਪੀਏ, ਬਚ ਜਾਵਾਂਗੇ, ਬਸ ਇੰਨਾ ਕੁ ਕਰ ਸਕਦੇ। ਪਰ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਵੀ ਸੈਨੀਟਾਈਜ਼ਰ ਜ਼ਰੂਰ ਹੋਣਾ ਚਾਹੀਦਾ, ਸੈਨੀਟਾਈਜ਼ ਕਰੋ, ਸੈਨੀਟਾਈਜ਼ ਕਰੋ, ਇਹ ਫਿਰ ਕੀ ਦਲੀਲ ਹੋਈ? ਦੇਖੋ, ਥੋੜਾ ਜਿਹਾ ਅੰਦਰ ਝਾਕ ਮਾਰ ਲਿਓ ਕਿ ਕਿਤੇ ਇਹਨਾਂ ਦੇ ਰਿਸ਼ਤੇਦਾਰਾਂ ਦੀ ਫੈਕਟਰੀ ਤਾਂ ਨਹੀਂ ਹੈ, ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ, ਪਰ ਸੈਨੀਟਾਈਜ਼ਰਾਂ ਨਾਲੋਂ ਸਾਬਣ ਜ਼ਿਆਦਾ ਅਸਰਦਾਰ ਹੈ। ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਣ ਦਾ ਤਾਂ ਬਹੁਤ ਮਾੜਾ ਰੁਝਾਨ ਹੈਗਾ। ਜੇ ਫੈਕਟਰੀ ਹੋਵੇ, ਜ਼ਿੰਦਗੀ ਬਚਣੀ ਚਾਹੀਦੀ, ਤੁਸੀਂ ਪੈਸੇ ਹੋਰ ਢੰਗ ਨਾਲ ਲੈ ਲਓ। ਦੇਖੋ ਨਾ, ਜੇ ਅੱਜ ਦੇ ਦਿਨ ਅਸੀਂ ਕਹਿੰਦੇ ਆ ਸਕੂਲ ਬੰਦ ਨੇ, ਹਾਂਜੀ, ਸਾਰਾ ਕੁਝ ਬੰਦ ਹੈ, ਜਿਮ ਬੰਦ ਹੈ, ਗੁਰਦੁਆਰੇ ਬੰਦ ਨੇ, ਪਰ ਅਸੀਂ ਸ਼ਰਾਬ ਦੇ ਠੇਕੇ ਖੋਲ ਕੇ ਰੱਖਣੇ ਆ, ਤਾਂ ਫਿਰ ਇਸ ਤੋਂ ਵੱਡੀ ਹੋਰ ਕੀ ਗੱਲ ਰਹਿ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਜ਼ਰੂਰੀ ਹੈ ਜਾਂ ਪੈਸੇ ਜ਼ਰੂਰੀ ਨੇ? ਮੇਰਾ ਖਿਆਲ ਇਸ ਤੋਂ ਵੱਧ ਸਪਸ਼ਟ ਨਹੀਂ ਗੱਲ ਹੋ ਸਕਦੀ। ਫਿਰ ਇਸ ਕ੍ਰਾਈਸਿਸ, ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ, ਮੈਨੂੰ ਦਿੱਲੀ ਵੀ ਮੈਂ ਕਰੋਨਾ ਕਾਲ 'ਚ ਬਥੇਰੀ ਵਾਰੀ 20-25 ਵਾਰੀ ਗਿਆ ਹੋਣਾ, ਹੋਰ ਥਾਵਾਂ 'ਤੇ ਵੀ ਗਿਆ, ਕੁਦਰਤੀ ਅਜੇ ਤੱਕ ਬਚੇ ਹੋਏ ਆ, ਤੇ ਲੋਕਾਂ ਦੇ ਵਿੱਚ ਮੈਂ ਦੇਖਦਾ ਜਿਨ੍ਹਾਂ ਨਾਲ ਗੱਲ ਕਰੀ ਦੀ, ਡਿਪਰੈਸ਼ਨ ਬਹੁਤ ਆ ਰਿਹਾ ਉਹਨਾਂ ਦੇ ਵਿੱਚ। ਕੀ ਇਹ ਡਿਪਰੈਸ਼ਨ 'ਚੋਂ ਕਿਵੇਂ ਸਾਡੀ ਸੁਸਾਇਟੀ ਨਿਕਲੇਗੀ? ਜੇ ਡਿਪਰੈਸ਼ਨ 'ਚੋਂ ਨਾ ਨਿਕਲੀ ਤਾਂ ਜਿਹੜੀ ਤੁਸੀਂ ਇੱਛਾ ਸ਼ਕਤੀ ਵਾਲੀ ਗੱਲ ਕਹੀ, ਉਹਦਾ ਕੀ ਅਸਰ ਹੋਏਗਾ? ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਇਸੇ ਲਈ ਵਾਰ-ਵਾਰ ਜ਼ਿਕਰ ਕੀਤਾ ਕਿਉਂਕਿ ਸਾਡੇ ਅੱਖਾਂ ਸਾਹਮਣੇ, ਮੈਂ ਤੁਹਾਨੂੰ ਕਰੋਨਾ ਵਾਰਡ ਦੇ ਅੰਦਰਲੀ ਤਸਵੀਰ ਦੱਸਣਾ ਚਾਹੁੰਦੀ ਹਾਂ। ਜਦੋਂ ਲੋਕ ਸ਼ੀਸ਼ੇ ਵੀ ਤੋੜਨ ਨੂੰ ਆ ਜਾਂਦੇ ਨੇ, ਡਾਕਟਰ ਨੂੰ ਵੀ ਮਾਰ ਕੁਟਾਈ ਕਰਦੇ ਨੇ, ਮੈਂ ਤੁਹਾਨੂੰ ਉਹਦੀ ਇੱਕ ਅੰਦਰਲੀ ਤਸਵੀਰ ਦੱਸਣਾ ਚਾਹੁੰਦੀ ਹਾਂ ਕਿ ਇੱਕ ਅਸੀਂ ਨਾਰਮਲ 32 ਸਾਲ ਦੀ ਜੋ ਸਾਡੀ ਇੱਕ ਲੇਡੀ, ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਜਾ ਰਹੇ ਹਾਂ, ਦਵਾਈ ਚੱਲ ਰਹੀ ਹੈ, ਸਭ ਠੀਕ ਹੋ? ਹਾਂਜੀ, ਬਿਲਕੁਲ ਠੀਕ ਹੈ। ਕਰਦੇ ਜਾਂਦੇ ਜਦੋਂ ਅਸੀਂ ਅਖੀਰਲੇ ਬੈੱਡ ਤੇ, ਜੋ ਕਿ ਸੀਰੀਅਸ ਹੈ, ਜਿਸ ਦੀ ਮੌਤ ਹੋ ਗਈ, ਉਹ ਸਿਰਫ ਮੌਤ ਹੁੰਦੀ ਦੇਖ ਕੇ 10 ਮਿੰਟਾਂ ਦੇ ਅੰਦਰ ਅੰਦਰ ਇਹ ਵੀ ਹਾਰਟ ਅਟੈਕ ਨਾਲ ਮਰ ਗਏ, ਜੋ ਕਿ ਬਿਲਕੁਲ ਠੀਕ ਸਨ। ਯਾਨੀ ਇਹ ਜਿਹੜਾ ਐਕਸਟ੍ਰੀਮ ਡਰ ਸਾਨੂੰ ਮਾਰ ਰਿਹਾ ਹੈ, ਇਹ ਜ਼ਿਆਦਾ ਖਤਰਨਾਕ ਹੈ, ਬਜਾਏ ਕਿ ਅਸੀਂ ਸਿਰਫ ਇੰਨੀ ਕੁ ਗੱਲ ਨੂੰ ਸਮਝ ਲਈਏ ਕਿ ਇਹ ਬਿਮਾਰੀ ਹਮੇਸ਼ਾ ਮਾਰੂ ਅਸਰ ਜੇ ਦੇਖੀਏ, ਦੁਨੀਆ ਭਰ ਵਿੱਚ 1.5% ਸਿਰਫ ਲੋਕ ਮਰ ਰਹੇ ਨੇ, ਜਿਸ ਤੋਂ ਕਿਤੇ ਵੱਧ ਟੀਬੀ ਨਾਲ, ਮਲੇਰੀਏ ਨਾਲ, ਡੀਹਾਈਡਰੇਸ਼ਨ ਨਾਲ, ਭੁੱਖਮਰੀ ਨਾਲ, ਉਹ ਭੁੱਖਮਰੀ ਨਾਲ ਬਗੈਰ ਬਿਮਾਰੀ ਦੇ ਮਰੀ ਜਾਂਦੇ ਨੇ। ਯਾਨੀ ਇਹ ਉਹਨਾਂ ਤੋਂ ਕਿਤੇ ਘੱਟ ਮਾਰਦੀ ਪਈ ਹੈ। ਪਰ ਅਸੀਂ ਪੰਜਾਬੀਆਂ ਨੂੰ ਇੱਕ ਖਾਸੀਅਤ ਹੈ, ਅਸੀਂ ਦੁੱਧ ਦੇ ਆਲੇ ਦੁਆਲੇ ਕਿਤੇ ਘੁੰਮੇ ਪਏ ਹਾਂ। ਸਾਨੂੰ ਦੁੱਧ ਤੋਂ ਬਗੈਰ ਲੱਗਦਾ ਕਿ ਸਾਡੀ ਜ਼ਿੰਦਗੀ ਅਧੂਰੀ ਹੈ। ਦੁੱਧ ਵਿੱਚ ਦੇਖੋ, ਜਿੰਨਾ ਕੁ ਅੱਗੇ ਅਸੀਂ ਦੇਸੀ ਘਿਓ ਦੇ, ਸਾਡੇ ਵੱਡੇ ਵਡੇਰੇ ਨਾ ਕੌਲੀ ਪੀ ਜਾਂਦੇ ਸਨ ਤੇ ਬੋਰਾ ਕਣਕ ਦਾ ਚੁੱਕ ਕੇ ਪਿੱਠ ਤੇ ਲੰਘ ਜਾਂਦੇ ਸਨ। ਹੁਣ ਸਾਨੂੰ ਚਾਹੀਦਾ ਕੁਝ ਅਜਿਹਾ ਗੈਜਟ ਜਿਹੜਾ ਅਸੀਂ ਕੁਰਸੀ ਤੋਂ ਲੱਤ ਨਾ ਹਿਲਾਈਏ, ਇੱਥੋਂ ਪੱਖਾ ਵੀ, ਏਸੀ ਵੀ, ਟੀਵੀ ਵੀ, ਕੁੰਡੀਆਂ ਵੀ, ਸਭ ਕੁਝ ਕਾਰ ਸਮੇਤ ਅਸੀਂ ਇੱਥੋਂ ਹੀ ਹਿਲਾ ਲਈਏ, ਤੇ ਫਿਰ ਅਸੀਂ ਕਹਿੰਦੇ ਹਾਂ ਕਿ ਦੁੱਧ ਤੋਂ ਬਗੈਰ ਸਾਡੀ ਕਮਜ਼ੋਰੀ ਜਿਹੜੀ ਆ ਉਹ ਜਾਂਦੀ ਨਹੀਂ। ਨਤੀਜਾ ਜੇ ਅੱਜ ਪੰਜਾਬੀ ਐਕਸੈਸਿਵ ਇਹਦੇ ਅੰਦਰ ਜੋ ਸਾਡਾ ਘਿਓ, ਦੇਸੀ ਘਿਓ ਜੰਮ ਕੇ ਸਾਡੇ ਅੰਦਰ ਸਰੀਰਾਂ ਵਿੱਚ ਅਸੀਂ ਡਾਇਬਟੀਜ਼, ਹਾਰਟ ਦੀਆਂ ਡਿਜ਼ੀਜ਼ਜ਼, ਫਿਰ ਸ਼ੱਕਰ ਰੋਗ, ਕੈਂਸਰ, ਯਾਨੀ ਇਹ ਸਾਰੀਆਂ ਬਿਮਾਰੀਆਂ ਦੇ ਅਸੀਂ ਗ੍ਰਸਤ ਹਾਂ। ਤੇ ਸਭ ਤੋਂ ਵੱਡੀ ਸਾਨੂੰ ਬਿਮਾਰੀ ਜੇ ਨਸ਼ਿਆਂ ਦੀ। ਸ਼ਾਇਦ ਸਰਕਾਰਾਂ ਇਹ ਅੰਕੜੇ ਦੱਬ ਦੇਣ, ਪਰ ਡਾਕਟਰਾਂ ਕੋਲੋਂ ਢਿੱਡ ਨਹੀਂ ਜੇ ਲੁਕਾਇਆ ਜਾ ਸਕਦਾ। ਜਿਸ ਤਰੀਕੇ ਸਕੂਲਾਂ ਦੇ ਬੱਚੇ ਹੁਣ ਆ ਗਏ ਨੇ ਸਾਡੇ ਕੋਲ ਨਸ਼ਿਆਂ 'ਚ ਗ੍ਰਸਤ,
ਉਹ ਤੇ ਕੁੜੀਆਂ ਵੱਡੀ ਗਿਣਤੀ ਵਿੱਚ ਜਿਵੇਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ, ਵਾਕਈ ਖਤਰਨਾਕ ਰੁਝਾਨ ਹੈ। ਤੇ ਜੇ ਅਸੀਂ ਅੱਖਾਂ ਮੀਟਦੇ ਰਹੇ ਜਾਂ ਇਹਨੂੰ ਦੱਬਣ ਦੀ ਕੋਸ਼ਿਸ਼ ਕਰਦੇ ਰਹੇ, ਬੰਬ ਫਟਣਾ ਤੇ ਜ਼ਰੂਰ ਹੈ ਕਦੇ ਨਾ ਕਦੇ, ਪਰ ਇਹਨਾਂ ਚੀਜ਼ਾਂ ਸਦਕਾ ਸਾਡੇ ਵਿੱਚ ਕਰੋਨਾ ਵੱਧ ਮਾਰ ਕਰਦੀ ਹੈ। ਪਰ ਸਾਡਾ ਜਿਹੜਾ ਨਾ ਉਹ ਹੈਂਕੜ ਕਿ ਮੈਂ ਕਾਨੂੰਨ ਤੋੜ ਕੇ ਮੈਂ ਵੱਧ ਸਵਾਦ ਲਵਾਂਗਾ, ਮੈਂ ਜਦੋਂ ਕੋਈ ਆਏਗਾ ਉੱਤੇ ਕਰ ਲਾਂਗਾ, ਵਰਨਾ ਮੈਂ ਮਾਸਕ ਪਾਣਾ ਨਹੀਂ, ਇਹ ਸਮਹਾਉ ਸਾਡੀ ਮੌਤ ਦਾ ਕਾਰਨ ਬਣਦਾ। ਕਿਸ ਕਿਸਮ ਦੇ ਨਸ਼ੇ ਆ ਰਹੇ? ਇੱਕ ਚਿੱਟੇ ਦੀ ਬੜੀ ਚਰਚਾ ਹੈ ਕਿ ਉਹਨਾਂ ਤੋਂ ਇਲਾਵਾ ਜਿਹੜੇ ਦੂਜੇ ਨਸ਼ੇ, ਉਹਨਾਂ ਕਿਸ ਕਿਸਮ ਦੇ ਨਸ਼ੇ ਆਂਦੇ? ਇਸ ਵੇਲੇ ਤਾਂ ਹਰ ਕਿਸਮ ਦਾ ਨਸ਼ਾ ਸਾਡੇ ਇੱਥੇ ਚੱਲ ਰਿਹਾ ਜੇ, ਜਿੱਥੇ ਕਿ ਚਿੱਟਾ ਤਾਂ ਕਿਤੇ ਹੀ ਪਿਛਾਂ ਰਹਿ ਗਿਆ, ਉਸ ਤੋਂ ਕਿਤੇ ਅਗਾਂਹ ਜਾ ਕੇ ਹੁਣ ਇੱਕ ਤਾਂ IV ਡਰੱਗ ਅਬਿਊਜ਼ਰਸ ਬਹੁਤ ਜ਼ਿਆਦਾ ਨੇ। ਤੁਸੀਂ ਤੇ ਆਪ, ਕਿਉਂਕਿ ਇਸ ਖਿੱਤੇ 'ਚੋਂ ਤੁਹਾਨੂੰ ਪਤਾ ਹੈ ਜਿਸ ਤਰੀਕੇ ਦੀਆਂ ਸਿਰਿੰਜਾਂ ਤੇ ਕਾਮਨ ਯੂਜ਼ ਕਰਦੀਆਂ ਥਾਂ ਤੇ ਲੱਭੀਆਂ ਜਾਂਦੀਆਂ, ਜਿੱਥੇ ਕੁੜੀਆਂ ਮੁੰਡੇ ਰਲ ਕੇ ਸੈਟਰਡੇ ਨਾਈਟ ਪਾਰਟੀਜ਼ ਇਹਨਾਂ 'ਚ ਕਰਦੇ ਪਏ ਨੇ। ਤੇ ਦੂਜੇ ਪਾਸੇ ਜੋ ਮਲਟੀਪਲ ਡਰੱਗਸ ਦਾ ਮਿਕਸਚਰ ਜੋ ਯੂਜ਼ ਹੋਣਾ ਸ਼ੁਰੂ ਹੋਇਆ, ਹੋਰ ਵੀ ਮਾਰੂ ਹੈ। ਜਿੱਥੇ ਮੈਂ ਤਾਂ ਸ਼ੁਕਰ ਹੀ ਕਰ ਸਕਦੀ ਹਾਂ ਕਿ ਅਜੇ ਬੰਦ ਨੇ ਸਕੂਲ ਕਾਲਜਸ, ਅਦਰਵਾਈਜ਼ ਪੀਅਰ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਤੁਸੀਂ ਲੈਣ ਦੇ ਨਹੀਂ, ਕਦੇ ਲਿਆ ਹੀ ਨਹੀਂ, ਲੈ ਫਿਰ ਤਾਂ ਤੁਹਾਡੀ ਗੱਲ ਹੀ ਖਤਮ। ਤੇ ਹੁਣ ਤੇ ਇੱਕ ਹੋਰ ਨਵਾਂ ਮਾਰੂ ਕਿਸਮ ਦਾ ਨਸ਼ਾ ਸ਼ੁਰੂ ਹੋਇਆ ਜੋ ਕਿ ਚੱਲਦਾ ਹੀ ਕੰਪਿਊਟਰ ਤੇ ਹੈ। ਸ਼ਾਇਦ ਮਾਪਿਆਂ ਨੂੰ ਪਤਾ ਨਾ ਹੋਏ, ਮੈਂ ਜ਼ਰੂਰ ਤੁਹਾਡੇ ਰਾਹੀਂ ਦੱਸਣਾ ਚਾਹੁੰਦੀ ਹਾਂ। ਇਹੀ ਦੱਸਣਾ ਚਾਹ ਰਹੀ ਸੀ ਕਿ ਪਤਾ ਹੋਵੇ ਮਾਪਿਆਂ ਨੂੰ ਕਿ ਤੁਹਾਡਾ ਬੱਚਾ ਸਿਰਫ ਆਨਲਾਈਨ ਪੜ੍ਹਾਈ ਨਹੀਂ ਕਰ ਰਿਹਾ। ਤਰੰਗਾਂ ਵਿਕਦੀਆਂ ਨੇ, ਉਹ ਤਰੰਗਾਂ ਤੁਹਾਡੇ ਦਿਮਾਗ ਦੇ ਉਸ ਸੈਂਟਰ ਨੂੰ ਸਟਿਮੂਲੇਟ ਕਰਦੀਆਂ ਨੇ ਜਿੱਥੇ ਤੁਹਾਨੂੰ ਮਹਿਸੂਸ ਹੁੰਦਾ ਕਿ ਉਹ ਨਸ਼ੇ ਦੇ ਵਿੱਚ ਤੁਸੀਂ ਕਿਤੇ ਹੋਰ ਦੁਨੀਆ 'ਚ ਪਹੁੰਚ ਗਏ ਹੋ। ਉੱਥੋਂ ਤੁਹਾਨੂੰ ਫਿਰ ਇਹ ਲਾਲਸਾ ਸ਼ੁਰੂ ਹੁੰਦੀ ਹੈ, ਮੈਂ ਕਿਸੇ ਨਾ ਕਿਸੇ ਕਿਸਮ ਦਾ ਨਸ਼ਾ ਲਵਾਂ। ਸੋ ਇਹ ਤੇ ਇਹਦੇ ਨਾਲ ਜਿਹੜਾ ਕੰਪਿਊਟਰ ਦੇ ਤੁਹਾਡੇ ਕੀਬੋਰਡ ਕਲੀਨਰ ਹੈ, ਬੱਚੇ ਬੜੇ ਕਮਾਲ ਨਾਲ ਸ਼ੌਕ ਨਾਲ ਉਹ ਪੀਣਾ ਸ਼ੁਰੂ ਹੋ ਚੁੱਕੇ ਨੇ। ਬਿਲਕੁਲ ਇਸੇ ਹੀ ਤਰ੍ਹਾਂ ਤੁਹਾਡੇ ਘਰਾਂ ਵਿੱਚ ਖਸਖਸ ਜੋ ਤੁਸੀਂ ਵਰਤਦੇ ਹੋ ਉਹਨੂੰ ਵੀ ਤੇ ਹੋਰ ਵੀ ਕਈ ਕਿਸਮ ਦੇ ਮਸਾਲਿਆਂ ਵਿੱਚ ਰਲਾ ਕੇ ਇਸ ਵੇਲੇ ਨਸ਼ੇ ਮਿਲਣੇ ਸ਼ੁਰੂ ਹੋ ਚੁੱਕੇ ਨੇ। ਸਾਨੂੰ ਤੇ ਕਈ ਵਾਰ ਬੱਚੇ ਹੀ ਆ ਕੇ ਦੱਸਦੇ ਨੇ ਵੀ ਇਹ ਨਵੀਂ ਕਿਸਮ ਆ ਗਈ। ਮੇਰੇ ਲਈ ਵੀ ਨਵੀਂ ਗੱਲ ਸੀ, ਪਰ ਜਦੋਂ ਅਸੀਂ ਸਾਡੀਆਂ ਇੰਟਰਨੈਸ਼ਨਲ ਕਾਨਫਰੰਸਿਸ ਹੁੰਦੀਆਂ ਉੱਥੇ ਪਤਾ ਲੱਗਿਆ ਕਿ ਕੰਪਿਊਟਰ ਰਾਹੀਂ ਜੋ ਇਹ ਤਰੰਗਾਂ ਵਿਕਦੀਆਂ ਨੇ ਤੇ ਤੁਹਾਡਾ ਤੜ ਕਾਫੀ ਇਸ ਵੇਲੇ ਨੰਬਰ 1 ਯੂਸੇਜ ਸ਼ੁਰੂ ਹੋਈ ਹੈ, ਜੋ ਕਿ ਇਨੀਸ਼ੀਅਲ ਸਟੇਜ ਹੁੰਦੀ ਹੈ ਆਦੀ ਬਣਾਉਣ ਲਈ ਬੱਚੇ ਨੂੰ ਨਸ਼ੇ ਵੱਲ ਧੱਕਣ ਲਈ। ਡਾਕਟਰ ਸਾਹਿਬ, ਤੁਸੀਂ ਲੜਕੀਆਂ ਦੀ ਗੱਲ ਕੀਤੀ, ਕਿੰਨੀਆਂ ਕੁ ਲੜਕੀਆਂ ਨਸ਼ਿਆਂ ਦੇ ਉਹਦਾ ਸ਼ਿਕਾਰ ਬਣ ਰਹੀਆਂ? ਦੇਖੋ, ਜਦੋਂ ਨਸ਼ੇ ਦੇ ਸੈਂਟਰ, ਜਦੋਂ ਨਸ਼ਾ ਛੁਡਾਉਣ ਦੇ ਸੈਂਟਰ ਹੀ ਕੁੜੀਆਂ ਲਈ ਖੁੱਲ ਗਏ ਹੋਣ, ਸਪੈਸ਼ਲੀ ਇਹਨਾਂ ਦੇ ਨਾਮ ਹੇਠ, ਤਾਂ ਬਹੁਤਾ ਕੁਝ ਕਹਿਣ ਨੂੰ ਰਹਿ ਨਹੀਂ ਜਾਂਦਾ। ਮੈਂ ਜ਼ਰੂਰ ਇੱਕ ਵਾਰ ਜਦੋਂ ਕਾਫੀ ਪਹਿਲਾਂ ਆਵਾਜ਼ ਜਦੋਂ ਸ਼ੁਰੂ ਹੀ ਹੋਈ ਸੀ ਗੱਲ, ਕਿਉਂਕਿ ਮੇਰਾ ਵਾਹ ਜ਼ਿਆਦਾਤਰ ਕੁੜੀਆਂ ਨਾਲ ਸਕੂਲਾਂ ਕਾਲਜਾਂ ਵਿੱਚ ਪਿੰਡਾਂ 'ਚ ਪੈਂਦਾ, ਉੱਥੋਂ ਪਤਾ ਲੱਗਿਆ ਸੀ, ਬੜਾ ਤਗੜਾ ਵਿਰੋਧ ਕੀਤਾ ਉਹਨਾਂ ਨੇ, ਤੁਸੀਂ ਸਾਡਾ ਨਾਮ ਬਦਨਾਮ ਕਰ ਰਹੇ ਹੋ, ਪੰਜਾਬੀ ਕੁੜੀਆਂ ਤਾਂ ਕਰਦੀਆਂ ਹੀ ਨਹੀਂ। ਪਰ ਹੁਣ ਜਦੋਂ ਸਰਕਾਰਾਂ ਨੇ ਸੈਂਟਰ ਖੋਲ੍ਹ ਦਿੱਤੇ ਨੇ ਕਿ ਕੁੜੀਆਂ ਲਈ ਨਸ਼ਾ ਛਡਾਊ ਕੇਂਦਰ, ਤੇ ਫਿਰ ਇੰਨੇ ਵਿਆਹ ਟੁੱਟੇ ਜਿੱਥੇ ਜਦੋਂ ਸਪਸ਼ਟ ਪਤਾ ਲੱਗ ਜਾਂਦਾ ਕਿ ਕੁੜੀ ਨਸ਼ਿਆਂ ਦੀ ਆਦੀ ਸੀ, ਟੀਕੇ ਲੱਗਦੇ ਉਹਨੇ ਲਵਾਂਦੀ ਰਹੀ ਹੈ, ਤਾਂ ਉਹ ਵਿਆਹ ਟੁੱਟੇ। ਯਾਨੀ ਹੁਣ ਤਾਂ ਬਿਆੰਤ ਸਬੂਤ ਸਾਹਮਣੇ ਆ ਗਏ, ਤਾਂ ਫਿਰ ਕਹਿਣ ਨੂੰ ਬਾਕੀ ਰਿਹਾ ਨਹੀਂ ਜਾਂਦਾ। ਪਰ ਜੋ ਏਮਸ ਦੀ ਸਟੱਡੀ ਪੁਰਾਣੀ ਸੀ, ਕਿਉਂਕਿ ਲੇਟੈਸਟ ਅੰਕੜੇ ਤਾਂ ਹੁਣ ਜੋ PGI ਨੇ ਜ਼ਾਹਰ ਕੀਤੇ ਆ, ਉਸ ਹਿਸਾਬ ਨਾਲ ਸਾਡੇ 13 ਤੋਂ ਲੈ ਕੇ 18% ਤੱਕ ਕੁੜੀਆਂ ਜੋ ਹਾਰਡ ਡਰੱਗ ਐਡਿਕਟ ਹੋ ਚੁੱਕੀਆਂ ਨੇ ਤੇ ਜਿਹੜੀਆਂ ਸਦੀਵੀ ਰੋਗੀ ਬਣ ਚੁੱਕੀਆਂ ਨੇ, ਠੀਕ ਹੀ ਨਹੀਂ ਹੋ ਸਕਦੀਆਂ, ਇਹ ਤਾਂ ਉਹ ਫੈਕਟਰ ਅਲੱਗ ਹੈ। ਪਰ ਕਿੰਨੀਆਂ ਜਿਨ੍ਹਾਂ ਨੇ ਸ਼ੁਰੂ ਕੀਤਾ ਟ੍ਰੀਟਮੈਂਟ ਵਿੱਚੋਂ ਛੱਡ ਕੇ ਗਾਇਬ ਹੋ ਗਈਆਂ, ਕਿੱਥੇ ਗਈਆਂ, ਸਾਨੂੰ ਉਹਨਾਂ ਦਾ ਅੰਦਾਜ਼ਾ ਵੀ ਨਹੀਂ। ਪਰ ਇੱਥੋਂ ਕੋ ਸਮਝ ਆ ਜਾਂਦੀ ਹੈ ਕਿ ਕਿੰਨਾ ਕੁ ਮਾੜਾ ਹਾਲ ਹੈ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਇਹ ਲੜਕੀਆਂ ਨੂੰ ਠੀਕ ਕਰਨ ਲਈ ਕਿੰਨੇ ਨੇ ਨਸ਼ਾ ਛਡਾਊ ਕੇਂਦਰ ਖੁੱਲੇ? ਕੋਈ ਦੇਖੋ, ਇਲਾਜ ਮੈਂ ਕਿਉਂਕਿ ਡਾਕਟਰਾਂ ਦੱਸ ਰਹੀ ਹਾਂ, ਇਲਾਜ ਸਿਰਫ ਤਾਂ ਕਰ ਸਕਦੇ ਹੋ ਜਦੋਂ ਕੋਈ ਮੰਨ ਕੇ ਆਵੇ ਕਿ ਅਸੀਂ ਬਿਮਾਰ ਹਾਂ। ਜੇ ਕਿਸੇ ਨੇ ਬਿਮਾਰੀ ਨੂੰ ਆਪਣੇ ਘਰ ਵਿੱਚ ਤਾੜ ਦੇਣਾ ਹੈ ਕਿ ਖੰਘ ਹੈ, ਜ਼ੁਕਾਮ ਹੈ, ਸਿਰ ਪੀੜਾ, ਘਰ ਹੀ ਤੜਿਆ ਰਿਹਾ, ਤਾਂ ਡਾਕਟਰ ਨੂੰ ਨਹੀਂ ਪਤਾ ਹੋ ਸਕਦਾ ਇਹ ਬਿਮਾਰ ਹੈ ਤੇ ਨਾ ਉਹ ਇਲਾਜ ਕਰੇਗਾ। ਇਨ ਬਿਨ ਇਹੋ ਕੁਝ ਸਮਾਜਿਕ ਸ਼ਰਮ ਅੱਜ ਦੇ ਦਿਨ ਕੁੜੀਆਂ ਨੂੰ ਸਿਰਫ ਅੰਦਰ ਡੱਕ ਕੇ ਰੱਖ ਰਹੀ ਹੈ। ਇਹ ਮਾਪੇ ਬਾਹਰ ਲਿਆਉਂਦੇ ਹੀ ਨਹੀਂ ਕਿ ਸਾਡੀ ਕੁੜੀ ਦਾ ਨਸ਼ੇ ਦਾ ਇਲਾਜ ਕਰਾਉਣਾ ਹੀ ਨਹੀਂ, ਅਸੀਂ ਦੱਸਣਾ ਹੀ ਨਹੀਂ ਚਾਹੁੰਦੇ ਇਹ ਹੈ। ਸੋ ਨਤੀਜਾ ਹੈ ਬਹੁਤ ਭਾਰੀ ਗਿਣਤੀ ਕੁੜੀਆਂ ਡਿਪਰੈਸ਼ਨ ਵਿੱਚ ਜਾਂ ਫਿਰ ਘਰੋਂ ਭੱਜਦੀਆਂ ਨੇ, ਜਾਂ ਫਿਰ ਪਿਓ ਜਾਂ ਮਾਂ ਦੇ ਹੱਥੋਂ ਮਾਰੀਆਂ ਜਾਂਦੀਆਂ ਨੇ, ਅਣਚਾਹੇ ਗਰਭ ਜੋ ਡੇਗਣ ਜਾਂਦੀਆਂ ਨੇ ਉਦੋਂ ਮਰਦੀਆਂ ਨੇ। ਪਰ ਇਹ ਜੋ ਸਰਕਲ ਬਣਦਾ ਜਾਂਦਾ ਜੇ, ਵਿਸ਼ੇਸ਼ ਸਰਕਲ, ਬੜਾ ਭਿਆਨਕ ਹੈ। ਜੇ ਅਸੀਂ ਵੇਲੇ ਸਿਰੇ ਨੂੰ ਨਾ ਸਾਂਭਿਆ ਤਾਂ ਜਿਹੜੀਆਂ ਵੀ ਰੇਵ ਪਾਰਟੀਜ਼ ਦੇ ਵਿੱਚ ਤੁਸੀਂ ਦੇਖਦੇ ਹੋ ਤਸਵੀਰਾਂ ਦਿਸਦੀਆਂ ਨੇ, ਕੁੜੀਆਂ ਮੁੰਡੇ ਜਦੋਂ ਇਕੱਠੇ ਹੁੰਦੇ ਨੇ, ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੁੜੀਆਂ ਦੀ ਬਰਾਬਰੀ ਦੇ ਕਿਤੇ ਹੱਕ 'ਚ ਗੱਲ ਨਹੀਂ ਕਰ ਰਹੀ, ਪਰ ਬਰਾਬਰੀ ਨੰਗੇਜ਼ ਵਿੱਚ ਜਾਂ ਨਸ਼ੇ ਕਰਨ ਵਿੱਚ ਨਹੀਂ ਹੁੰਦੀ।
ਬਹਾਦਰੀ ਜੇ ਤੁਸੀਂ ਦਿਖਾਉਣੀ ਹੈ ਜਾਂ ਬਰਾਬਰੀ ਦਿਖਾਉਣੀ ਹੈ ਤਾਂ ਉਹ ਆਪਣੇ ਕਿਰਦਾਰ ਵਿੱਚੋਂ ਦਿਖਾਉਣੀ ਚਾਹੀਦੀ ਹੈ, ਨਾ ਕਿ ਕੱਪੜੇ ਲਾ ਕੇ ਜਾਂ ਨਸ਼ੇ ਵਿੱਚ ਟੁੰਨ ਹੋ ਕੇ ਬਾਜ਼ਾਰ ਵਿੱਚ ਡਿੱਗ ਕੇ। ਇਹ ਬਰਾਬਰੀ ਨਹੀਂ ਕਹਾਈ ਜਾਂਦੀ। ਡਾਕਟਰ ਸਾਹਿਬ, ਨਸ਼ਿਆਂ ਤੋਂ ਰੋਕਣ ਦਾ, ਬਚਾਉਣ ਦਾ ਯੂਥ ਨੂੰ ਕੀ ਤਰੀਕਾ ਹੋ ਸਕਦਾ? ਬੜਾ ਟੇਢਾ ਮਾਮਲਾ ਹੈ। ਬਹੁਤ ਸਾਰੇ ਢੰਗ ਹੁੰਦੇ ਨੇ। ਪਹਿਲੀ ਚੀਜ਼ ਤਾਂ ਯੂਥ ਨੂੰ ਸੁਪਨੇ ਦਿਖਾਉਣੇ ਜ਼ਰੂਰੀ ਨੇ। ਅਫਸੋਸ ਕਿ ਸਾਡੇ ਪੋਲੀਟੀਸ਼ੀਅਨਸ ਝੂਠੇ ਸੁਪਨੇ ਦਿਖਾਉਂਦੇ ਨੇ। ਝੂਠ ਦੇ ਆਧਾਰ ਉੱਤੇ ਇਸ ਵੇਲੇ ਸਾਡੀ ਪੋਲਿਟਿਕਸ ਟਿਕੀ ਹੋਈ ਹੈ, ਜਿਸ ਨੇ ਬਹੁਤ ਬੱਚਿਆਂ ਨੂੰ ਰਾਹੋਂ ਯਾਨੀ ਭਟਕਾ ਦਿੱਤਾ ਹੈ। ਜਿਸ ਹਿਸਾਬ ਨਾਲ ਇਸ ਵੇਲੇ ਅੱਜ ਇੱਕ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਪੰਜਾਬ ਦੀ ਰਣਨੀਤੀ ਵਿੱਚ ਹੈ, ਉਹ ਹੈ ਬੇਰੁਜ਼ਗਾਰੀ। ਸਾਡੇ ਬੱਚੇ ਲੱਖਾਂ ਦੇ ਵਿੱਚ, ਕਰੋੜਾਂ ਦੇ ਗਿਣਤੀ ਵਿੱਚ ਜੋ ਇਸ ਤਰ੍ਹਾਂ ਬਾਹਰ ਵੀ ਭੱਜਣ ਨੂੰ ਤਿਆਰ ਬੈਠੇ ਨੇ, ਤੇ ਫਿਰ ਉਹਨਾਂ ਨੂੰ ਨੌਕਰੀਆਂ ਮਿਲ ਨਹੀਂ ਰਹੀਆਂ, ਜਦ ਕਿ ਤਨਖਾਹਾਂ ਬਿਲਕੁਲ ਨਾ ਬਰਾਬਰ ਨੇ ਜਿਨ੍ਹਾਂ ਨੂੰ ਮਿਲਦੀਆਂ ਨੇ। ਤੇ ਦੂਜੇ ਪਾਸੇ ਸਕੂਲਾਂ ਤੇ ਕਾਲਜਾਂ ਦੀਆਂ ਫੀਸਾਂ ਵੱਲ ਧਿਆਨ ਕਰੋ, ਕਰੋੜਾਂ ਲੱਗਦੇ ਨੇ ਉਹਨਾਂ ਨੂੰ, ਨਿਕਲਦੇ ਨੇ ਜਦੋਂ ਬਣ ਕੇ ਇੱਕ ਸੁਪਨਾ ਸੰਜੋ ਕੇ ਕਿ ਹੁਣ ਅਸੀਂ ਘੱਟੋ ਘੱਟ ਪਿਓ ਸਿਰ ਚੜਿਆ ਕਰਜ਼ ਤਾਂ ਲਾਵਾਂਗੇ। ਜਦੋਂ ਕੁਝ ਵੀ ਹਾਸਲ ਨਹੀਂ ਹੁੰਦਾ, ਕਿ ਬਾਹਰ ਵੀ ਨਹੀਂ ਜਾ ਸਕਦੇ, ਉੱਥੇ ਵੀ ਏਜੰਟਾਂ ਨੇ ਠੱਗੀ ਮਾਰ ਲਈ, ਇੱਥੇ ਵੀ ਕੁਝ ਨਹੀਂ, ਤਾਂ ਫਿਰ ਉਹ ਟੁੱਟਿਆ ਇਨਸਾਨ ਜਾਂ ਖੁਦਕੁਸ਼ੀ ਕਰਦਾ ਜਾਂ ਨਸ਼ਿਆਂ ਦੇ ਵੱਲ ਤੁਰ ਜਾਂਦਾ ਹੈ। ਸੋ ਸਾਨੂੰ ਪਹਿਲਾਂ ਤਾਂ ਉਹਨਾਂ ਲਈ ਇੱਕ ਰਾਹ ਦਸੇਰਾ ਕੋਈ ਆਗੂ ਚਾਹੀਦਾ ਜੇ। ਸਭ ਤੋਂ ਵੱਡੀ ਗੱਲ, ਜਿਹੜਾ ਇਹਨਾਂ ਨੌਜਵਾਨਾਂ ਦੀ ਅੰਦਰਲੀ ਜੋ ਅੱਗ ਹੈ ਉਹਨੂੰ ਸੰਭਾਲ ਸਕੇ, ਉਹਨੂੰ ਸਹੀ ਦਿਸ਼ਾ ਦਿਖਾ ਸਕੇ। ਉਹ ਦਿਸ਼ਾ ਦਿਖਾਉਣ ਦਾ ਮਤਲਬ ਹੈ ਸਾਡੇ ਕੋਲ ਬਹੁਤ ਵਧੀਆ ਖੇਡਾਂ ਦੇ ਲਈ ਇੱਕ ਅਦਾਰੇ ਹੋਣੇ ਚਾਹੀਦੇ ਨੇ। ਸਾਡੇ ਕੋਲ ਸੈਲਫ ਹੈਲਪ ਗਰੁੱਪਸ ਚਾਹੀਦੇ ਨੇ, ਜਿੱਥੇ ਇਹਨਾਂ ਬੱਚਿਆਂ ਨੂੰ ਸਿਰਫ ਸਰਕਾਰੀ ਨੌਕਰੀਆਂ ਵੱਲ ਨਾ ਜਾਣ ਦਾ ਰਾਹ ਦਿਸੇ, ਬਲਕਿ ਨਵੇਂ ਇਜਾਦ ਕਰਨ ਤਰੀਕੇ ਖੇਤੀ ਦੇ, ਨਵੇਂ ਇਜਾਦ ਕਰਨ ਇੱਥੇ ਤਰੀਕੇ, ਨਵੇਂ ਫੁੱਲ ਬੀਜੇ ਜਾ ਸਕਦੇ ਨੇ, ਨਵੀਂ ਕਿਸਮ ਦੇ ਮੱਛੀਆਂ ਲਿਆਓ, ਭਾਵੇਂ ਉਹ ਕਰ ਦਿਓ। ਪਰ ਜਦ ਤੱਕ ਅਸੀਂ ਦੋ ਪਾਰਟੀਆਂ ਦੀ ਅਦਲਾ ਬਦਲੀ ਤੇ ਦੂਜੇ ਪਾਸੇ ਚੌਲ ਕਣਕ ਦੀ ਅਦਲਾ ਬਦਲੀ ਦੇ ਵਿੱਚ ਰੁਲੇ ਰਵਾਂਗੇ, ਯਕੀਨ ਜਾਣਿਓ ਪੰਜਾਬ ਸਿਵਿਆਂ ਦੇ ਰਾਹ ਪੈ ਜਾਣਾ ਜੇ। ਪਰ ਪਾਣੀ ਅੱਜ ਖਤਮ ਹੈ, ਮਿੱਟੀ ਪਲੀਤ ਹੋ ਚੁੱਕੀ, ਹਵਾ ਖਰਾਬ ਹੈ, ਤਾਂ ਫਿਰ ਜੀਏਗਾ ਕੋਈ ਕਿਵੇਂ? ਕਿ ਮੋਇੰਜੋ ਦੜੋ ਬਣਾਉਣ ਵੱਲ ਤੁਰੇ ਆ। ਸੋ ਯੂਥ ਨੂੰ ਜਦ ਤੱਕ ਅਸੀਂ ਉਹਨਾਂ ਦੀ ਚੈਨਲਾਈਜ਼ એનર્ਜੀ ਨਹੀਂ ਕਰਦੇ, ਉਹਨਾਂ ਨੂੰ ਤਗੜੇ ਕਰਕੇ ਅਸੀਂ ਪੋਲਿਟਿਕਸ ਵੱਲ ਤਿਆਰ ਨਹੀਂ ਕਰਦੇ, ਉਹਨਾਂ ਨੂੰ ਅਸੀਂ ਐਡਵੋਕੇਟ ਨਹੀਂ ਬਣਨ ਦਿੰਦੇ, ਜੱਜ ਨਹੀਂ ਬਣਨ ਦਿੰਦੇ, IAS IPS ਇਹ ਰਾਹ ਹੀ ਨਹੀਂ ਵਿਖਾਰੇ, ਉਹ ਵਿਚਾਰੇ ਦਰਬਾਨ ਬਣ ਕੇ ਖੜੇ ਨੇ। ਜਾਂ ਅੱਜ ਵੱਡੀ ਗਿਣਤੀ ਬਿਹਾਰ ਤੋਂ, ਮੈਂ ਨਹੀਂ ਕਹਿ ਰਹੀ ਕਿ ਉਹ ਮਾੜੀ ਗੱਲ ਹੈ, ਸਾਡੇ ਹੀ ਵੀਰ ਭੈਣ ਨੇ, ਪਰ ਜੇ ਬਿਹਾਰ ਜਾਂ UP ਤੋਂ ਆ ਕੇ ਪੰਜਾਬ ਵਿੱਚ 80% ਸਾਡੇ IAS IPS ਉਹੀ ਨੇ, ਤੇ ਸਾਡੇ ਬੱਚੇ ਸੜਕਾਂ ਤੇ ਡਾਂਗਾ ਖਾਣ ਲਈ ਨੇ, ਜਾਂ ਉਹਨਾਂ ਦੇ ਅਰਦਲੀ ਬਣ ਕੇ ਖੜੇ ਨੇ, ਜਾਂ ਉਹਨਾਂ ਦੇ ਡਰਾਈਵਰ ਕਾਰਾਂ ਚਲਾ ਰਹੇ ਨੇ, ਜਾਂ ਫਿਰ ਵਤਨੋਂ ਪਾਰ ਜਾ ਕੇ ਕਿਸੇ ਗਲਤ ਤਰੀਕੇ ਨਾਲ ਉੱਥੇ ਝਾੜੂ ਪੋਚੇ ਲਾਉਣ ਲਈ ਤਿਆਰ ਹੋ ਰਹੇ ਨੇ। ਆਖਰ ਕਿਉਂ ਸਾਡੇ ਬੱਚੇ ਸਿਰਫ ਇਸ ਰਸਤੇ ਹੀ ਤੁਰੇ ਨੇ? ਉਹਨਾਂ ਨੂੰ ਕਿਉਂਕਿ ਰਾਹ ਨਹੀਂ ਦਿਖਾਇਆ ਜਾ ਰਿਹਾ। ਇਹ ਜਦ ਤੱਕ ਪੋਲੀਟੀਕਲ ਸਾਈਕਲ ਤੋੜ ਕੇ ਸਾਡੇ ਨੌਜਵਾਨ ਬੱਚੇ ਅਗਾਂਹ ਨਹੀਂ ਆਉਣਗੇ, ਅਸੀਂ ਇਸੇ ਤਰ੍ਹਾਂ ਰੁਲਦੇ ਰਵਾਂਗੇ। ਡਾਕਟਰ ਸਾਹਿਬ, ਸਾਡੇ ਨਾਲ ਇਹ ਸ਼ੋਅ 'ਚ ਜੁੜਨ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਅਰਥ ਭਰਪੂਰ ਜਾਣਕਾਰੀ ਦਿੱਤੀ ਹੈ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕੁਝ ਹੋਰ ਮਾਮਲਿਆਂ ਨੂੰ ਲੈ ਕੇ ਤੁਹਾਡੇ ਨਾਲ ਦੁਬਾਰਾ ਫਿਰ ਜਲਦੀ ਜੁੜੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਬਹੁਤ ਬਹੁਤ ਧੰਨਵਾਦ।